ਸਵਾਗਤ ਨਿੱਘਾ ਜੀ ਆਇਆਂ ਨੂੰ ਗੱਲਾਂ ਤੇ ਗੀਤ ਵੇਖ ਰਹੇ ਸਾਰੇ ਦਰਸ਼ਕਾਂ ਦਾ। ਮੈਂ ਕਮਲਪ੍ਰੀਤ ਕੌਰ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ। ਮਾਣ ਹੈ ਸਾਨੂੰ ਉਸ ਮਹਾਨ ਸ਼ਖਸੀਅਤ ਤੇ ਜਿਸ ਦੇ ਨਾਲ ਅਸੀਂ ਅੱਜ ਗੱਲਾਂ ਬਾਤਾਂ ਕਰਨੀਆਂ ਨੇ, ਜਿਸ ਬਾਰੇ ਅਸੀਂ ਗੱਲਾਂ ਬਾਤਾਂ ਕਰਨੀਆਂ ਨੇ। ਔਰ ਸੱਚੀ ਜਦੋਂ ਅਸੀਂ ਉਹਨਾਂ ਬਾਰੇ ਗੱਲਾਂ ਕਰਦੇ ਹਾਂ ਤਾਂ ਸਾਨੂੰ ਲੱਗਦਾ ਹੈ ਕਿ ਉਹ ਸਨਮੁਖ ਆਪ ਪੇਸ਼ ਹੋਏ ਨੇ, ਉਹ ਸਾਡੇ ਵਿਚਕਾਰ ਨੇ, ਸਾਡੀਆਂ ਹਵਾਵਾਂ ਵਿੱਚ ਨੇ, ਸਾਡੀ ਧਰਤੀ ਮਾਂ ਦੀ ਮਿੱਟੀ ਦੇ ਵਿੱਚ ਨੇ। ਔਰ ਜਦੋਂ ਅਸੀਂ ਗੱਲ ਕਰਦੇ ਹਾਂ ਪੰਜਾਬ ਕੇਸਰੀ ਦੀ, ਸ਼ੇਰੇ ਪੰਜਾਬ ਦੀ ਅਸੀਂ ਗੱਲ ਕਰਦੇ ਹਾਂ ਤਾਂ ਲਾਲਾ ਲਾਜਪਤ ਰਾਏ ਜੀ ਯਾਦ ਆਉਂਦੇ ਨੇ। ਅੱਜ ਦੇ ਦਿਨ 28 ਜਨਵਰੀ ਔਰ ਜਦੋਂ 1865 ਦੀ ਗੱਲ ਕਰਦੇ ਹਾਂ ਉਸ ਸਾਲ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਤੇ ਅੱਜ ਅਸੀਂ ਜਨਮ ਦਿਹਾੜਾ ਮਨਾ ਰਹੇ ਹਾਂ ਲਾਲਾ ਲਾਜਪਤ ਰਾਏ। ਔਰ ਜਦੋਂ ਅਸੀਂ ਉਹਨਾਂ ਨੂੰ ਪਿਆਰ ਦੇ ਨਾਲ ਲਾਲਾ ਜੀ ਕਹਿੰਦੇ ਆ ਨਾ ਤਾਂ ਸੱਚੀ ਫਿਰ ਮਾਣ ਦੇ ਨਾਲ ਸਾਨੂੰ ਬਹੁਤ ਉਸ ਸ਼ਖਸੀਅਤ ਉੱਤੇ ਹੋਰ ਵੀ ਮਾਣ ਹੋ ਜਾਂਦਾ ਹੈ ਕਿ ਉਹ ਸਾਡੀ ਧਰਤੀ ਦੇ ਵਿੱਚ ਜਨਮ ਲੈ ਕੇ ਸਾਨੂੰ ਬਹੁਤ ਸਾਰੀਆਂ ਸਿੱਖਿਆਵਾਂ ਦੇ ਕੇ ਸਾਨੂੰ ਸਹੀ ਰਾਹ ਤੇ ਪਾਉਣ ਦੇ ਲਈ ਹਮੇਸ਼ਾ ਉਹਨਾਂ ਨੇ ਯਤਨ ਕੀਤਾ। ਉਹਨਾਂ ਦੀਆਂ ਸਿੱਖਿਆਵਾਂ ਦੀ ਗੱਲ ਕਰ ਲਈਏ, ਉਹਨਾਂ ਦੇ ਉਸ ਆਜ਼ਾਦੀ ਸੰਗਰਾਮ ਦੇ ਲਈ ਹਰ ਇੱਕ ਕਦਮ ਜਿਹੜਾ ਉਹਨਾਂ ਨੇ ਆਪਣੇ ਆਜ਼ਾਦ ਭਾਰਤ ਮਾਤਾ ਨੂੰ ਵੇਖਣ ਦੇ ਲਈ ਜੋ ਸੁਪਨਾ ਵੇਖਿਆ ਹੋਇਆ ਸੀ ਉਸ ਦੀ ਗੱਲ ਕਰ ਲਈਏ ਤਾਂ ਯਾਦ ਆਉਂਦੇ ਨੇ ਲਾਲਾ ਜੀ, ਲਾਲਾ ਲਾਜਪਤ ਰਾਏ। ਔਰ ਜਦੋਂ ਅਸੀਂ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਗੱਲ ਕਰਦੇ ਹਾਂ, ਜੀਵਨੀ ਦੇ ਬਾਰੇ ਗੱਲ ਕਰਦੇ ਹਾਂ, ਬਹੁਤ ਸਿੱਖਿਆਵਾਂ ਸਾਨੂੰ ਸਿੱਖਿਆ ਜਿਹੜੀਆਂ ਹੈਗੀਆਂ ਉਹ ਮਿਲਦੀਆਂ ਨੇ। ਔਰ ਭਾਰਤ ਦੀ ਆਜ਼ਾਦੀ ਦੇ ਲਈ ਵਿਸ਼ੇਸ਼ ਯੋਗਦਾਨ ਅਸੀਂ ਵਿਸਾਰ ਨਹੀਂ ਸਕਦੇ ਲਾਲਾ ਲਾਜਪਤ ਰਾਏ ਜੀ ਨੂੰ। ਅੱਜ ਉਹਨਾਂ ਤੇ ਅਸੀਂ ਗੱਲਬਾਤ ਕਰਨੀ ਹੈ ਔਰ ਗੱਲਬਾਤ ਕਰਨ ਦੇ ਲਈ ਅੱਜ ਸਾਡੇ ਕੋਲ ਉਚੇਚੇ ਤੌਰ ਤੇ ਵਿਸ਼ੇਸ਼ ਮਹਿਮਾਨ ਸਾਡੇ ਕੋਲ ਪਹੁੰਚੇ ਨੇ। ਉਹਨਾਂ ਦੀਆਂ ਸਿੱਖਿਆਵਾਂ ਉੱਤੇ ਗੱਲ ਕਰਾਂਗੇ, ਉਹਨਾਂ ਦੀ ਜੀਵਨੀ ਬਾਰੇ ਗੱਲ ਕਰਾਂਗੇ, ਕਿੱਦਾਂ ਉਹਨਾਂ ਨੇ ਭਾਰਤ ਦੀ ਆਜ਼ਾਦੀ ਦੇ ਲਈ ਡਟ ਕੇ ਸਾਹਮਣਾ ਕੀਤਾ, ਬਾਈਕਾਟ ਕੀਤਾ, ਵੱਖ-ਵੱਖ ਲਹਿਰਾਂ ਦਾ, ਵੱਖ-ਵੱਖ ਅੰਦੋਲਨਾਂ ਦੇ ਵਿੱਚ ਹਿੱਸਾ ਲੈ ਕੇ ਸਾਨੂੰ ਸਿੱਧੇ ਰਾਹ ਪਾਇਆ। ਔਰ ਅੱਜ ਅਸੀਂ ਆਜ਼ਾਦ ਫਿਜ਼ਾਵਾਂ ਦੇ ਵਿੱਚ ਜਿੱਥੇ ਸਾਹ ਲੈ ਰਹੇ ਹਾਂ ਤੇ ਅਸੀਂ ਯਾਦ ਕਰਦੇ ਹਾਂ ਲਾਲਾ ਲਾਜਪਤ ਰਾਏ ਜੀ ਨੂੰ। ਔਰ ਮੇਰੇ ਬਾਬਤ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਜਿਵੇਂ ਪਹਿਲਾਂ ਦੱਸਿਆ ਕਿ ਸਾਡੇ ਕੋਲ ਅੱਜ ਮਾਹਿਰ ਮਹਿਮਾਨ ਪਹੁੰਚੇ ਨੇ, ਉਹਨਾਂ ਦਾ ਤਾਰੁਫ ਕਰਵਾ ਦਿੰਦੇ ਹਾਂ। ਅਸਿਸਟੈਂਟ ਪ੍ਰੋਫੈਸਰ ਰਾਜ ਕੁਮਾਰ ਜੀ ਜਿਹੜੇ ਕਿ DAV ਕਾਲਜ ਦੇ ਵਿੱਚ ਆਪਣੇ ਇਤਿਹਾਸਿਕ ਵਿਭਾਗ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਨਿੱਘਾ ਜੀ ਆਇਆਂ ਨੂੰ। ਧੰਨਵਾਦ ਜੀ। ਔਰ ਅੱਜ ਅਸੀਂ ਗੱਲ ਕਰਨੀ ਹੈ ਲਾਲਾ ਲਾਜਪਤ ਰਾਏ ਜੀ ਦੀ। ਲਾਲਾ ਜੀ ਦਾ ਜਨਮ ਕਿੱਥੇ ਹੋਇਆ ਔਰ ਮਾਤਾ ਪਿਤਾ ਕੌਣ ਸਨ, ਬਚਪਨ ਕਿਸ ਤਰ੍ਹਾਂ ਦਾ ਸੀ, ਇਸ ਦੇ ਬਾਰੇ ਦੱਸੋ। ਲਾਲਾ ਲਾਜਪਤ ਰਾਏ ਜੀ ਦਾ ਸੰਬੰਧ ਜਗਰਾਉਂ ਦਾ ਜਿਹੜਾ ਏਰੀਆ ਹੈ ਪੰਜਾਬ ਦਾ, ਉੱਥੋਂ ਤੋਂ ਹੈ। ਉਹਨਾਂ ਦਾ ਜਨਮ ਜਗਰਾਉਂ ਤੋਂ ਥੋੜੀ ਦੂਰ 15 ਕਿਲੋਮੀਟਰ ਦੀ ਦੂਰੀ ਤੇ ਠੁੱਡੀ ਕੇ ਜਗ੍ਹਾ ਤੇ ਹੋਇਆ ਜੀ। ਜੇ ਅਸੀਂ ਦੇਖੀਏ ਉਹਨਾਂ ਦਾ ਬਚਪਨ ਤੇ ਬਚਪਨ ਦੇ ਵਿੱਚ ਉਹਨਾਂ ਦੀ ਜਿਹੜੀ ਸਟੱਡੀ ਹੈ ਜਾਂ ਉਹਨਾਂ ਦੇ ਮਾਪਿਓ ਦੀ ਪਹਿਲੇ ਗੱਲ ਕਰੀਏ ਤੇ ਇੱਥੋਂ ਉਹ ਸੰਬੰਧ ਤੇ ਰੱਖਦੇ ਸੀ ਅਗਰਵਾਲ ਬਾਣੀਆ ਫੈਮਿਲੀ ਦੇ ਨਾਲ, ਠੀਕ ਹੈ ਜੀ। ਤੇ ਉਹਨਾਂ ਦੇ ਪਿਤਾ ਇੱਕ ਟੀਚਰ ਸੀਗੇ ਉਰਦੂ ਤੇ ਪਰਸ਼ੀਅਨ ਦੇ, ਜਿਹੜੇ ਕਿ ਆਪਣੇ ਸਟੂਡੈਂਟਸ ਦੇ ਵਿੱਚ ਬੜੇ ਫੇਮਸ ਸੀਗੇ ਔਰ ਬੜਾ ਉਹਨਾਂ ਦਾ ਨਾਂ ਸੀਗਾ ਆਪਣੇ ਵਿਦਿਆਰਥੀਆਂ ਦੇ ਵਿੱਚ। ਤੇ ਲਾਲਾ ਲਾਜਪਤ ਰਾਏ ਜੀ ਦੀ ਮੁੱਢਲੀ ਸਟੱਡੀ ਜਿਹੜੀ ਹੈ ਉਹਨਾਂ ਦੇ ਘਰੋਂ ਉਹਨਾਂ ਦੇ ਪਿਤਾ ਜੀ ਨੇ ਹੀ ਉਹਨਾਂ ਨੂੰ ਕਾਫੀ ਸਿਖਾਇਆ। ਔਰ ਲਾਲਾ ਜੀ ਦੇ ਜਿਹੜੇ ਜਿੰਨੇ ਵੀ ਉਹਨਾਂ ਦੇ ਸੰਸਕਾਰ ਹੈ, ਉਹਨਾਂ ਦੀ ਜੇ ਗੱਲ ਕਰੀਏ, ਜੋ ਵੀ ਉਹਨਾਂ ਨੇ ਸਿੱਖਿਆ, ਉਹਨਾਂ ਦੀ ਪਰਸਨੈਲਿਟੀ ਦੇ ਵਿੱਚ ਉਹ ਆਪ ਆਪਣੀ ਆਟੋਬਾਇਓਗ੍ਰਾਫੀ ਜਦੋਂ ਲਿਖਦੇ ਉਹਦੇ ਵਿੱਚ ਕਹਿੰਦੇ ਆ ਕਿ ਜਿਹੜੇ ਉਹਨਾਂ ਦੇ ਮਾਤਾ ਜੀ ਹੈ ਉਹਨਾਂ ਦਾ ਬਹੁਤ ਜ਼ਿਆਦਾ ਪ੍ਰਭਾਵ ਹੈ ਜਿਹੜੀ ਉਹਨਾਂ ਦੀ ਸ਼ਖਸੀਅਤ ਬਿਲਡਿੰਗ ਦੇ ਵਿੱਚ। ਜਦੋਂ ਅੱਗੇ ਜਾ ਕੇ ਪਬਲਿਕ ਜਿਹੜੀਆਂ ਐਕਟੀਵਿਟੀਜ਼ ਕੰਮ ਕਰਦੇ ਆ, ਦੇਸ਼ ਸੇਵਾ ਦੇ ਵਿੱਚ ਕੰਮ ਕਰਦੇ ਆ, ਉਹਦੇ ਵਿੱਚ ਉਹਨਾਂ ਦੀ ਮਾਤਾ ਜੀ ਦਾ ਬੜਾ ਰੋਲ ਹੈ। ਤੇ ਉਹਨਾਂ ਦੇ ਪਿਤਾ ਜੀ ਜਿਹੜੇ ਆ ਉਹ ਕਿਸ ਤਰ੍ਹਾਂ ਭੂਮਿਕਾ ਨਿਭਾਉਂਦੇ ਆ ਲਾਲਾ ਲਾਜਪਤ ਰਾਏ ਦੇ ਜੀਵਨ ਦੇ ਵਿੱਚ, ਕਿ ਜਿੰਨੀਆਂ ਵੀ ਉਹਨਾਂ ਦੀਆਂ ਇੰਟੈਲੈਕਚੁਅਲ ਜਾਂ ਜਿੰਨਾ ਵੀ ਉਹਨਾਂ ਦਾ ਪੜ੍ਹਾਈ ਦੇ ਨਾਲ ਸੰਬੰਧ ਜਾਂ DAV ਮੂਵਮੈਂਟ ਦੇ ਵਿੱਚ ਜਾਂ ਜਿੰਨਾ ਵੀ ਰੋਲ ਆ ਉਹਨਾਂ ਦਾ, ਉਹਦੇ ਵਿੱਚ ਉਹ ਸਾਰਾ ਦਾ ਸਾਰਾ ਉਹ ਇੰਬਾਈਬ ਕਰਦੇ ਆਪਣੇ ਪਿਤਾ ਜੀ ਕੋਲੋਂ। ਹਾਂਜੀ। ਔਰ ਬਚਪਨ ਦੱਸਿਆ ਪਿੰਡ ਢੁੱਡੀ ਕੇ ਉਹਨਾਂ ਦਾ ਜਨਮ ਹੋਇਆ ਤੇ ਮਾਤਾ ਪਿਤਾ ਬਾਰੇ ਦੱਸਿਆ। ਜਦੋਂ ਅਸੀਂ ਲਾਲਾ ਜੀ ਦੀ ਉਚੇਰੀ ਸਿੱਖਿਆ ਦੀ ਗੱਲ ਕਰਦੇ ਹਾਂ, ਉਹ ਇੱਕ ਵਕੀਲ ਵੀ ਰਹਿ ਚੁੱਕੇ ਸਨ ਔਰ ਬਹੁਤ ਸਾਰੇ ਉਹਨਾਂ ਨੇ ਆਪਣੇ ਕੰਮਾਂ ਦੇ ਵਿੱਚ ਆਪਣੇ ਆਪ ਨੂੰ ਇੱਕ ਸੰਪੂਰਨਤਾ ਵਿੱਚ ਦਿਖਾ ਕੇ ਲੋਕਾਂ ਦੇ ਦਿਲਾਂ ਉੱਤੇ ਰਾਜ ਕੀਤਾ। ਤੇ ਜੇ ਉਹਨਾਂ ਦੀ ਆਪਾਂ ਉਚੇਰੀ ਸਿੱਖਿਆ ਦੀ ਗੱਲ ਕਰੀਏ ਜਾਂ ਉਹਨਾਂ ਦਾ ਲਾਹੌਰ ਦੇ ਵਿੱਚ ਜਾਣਾ ਜਾਂ ਉਹਨਾਂ ਦੀ ਜਿਹੜੀ ਪ੍ਰੋਫੈਸ਼ਨਲ ਲਾਈਫ ਹੈ ਉਹ ਕਿੱਥੋਂ ਸ਼ੁਰੂ ਹੋਈ ਤੇ ਕੀ ਕੁਝ ਉਹਨਾਂ ਨੇ ਕੀਤਾ। ਦੇਖੋ ਜੀ, ਲਾਲਾ ਲਾਜਪਤ ਰਾਏ ਜਦੋਂ ਆਪਣੀ ਸਕੂਲ ਦੀ ਸਟੱਡੀ ਪੂਰੀ ਕਰਕੇ ਤੇ ਲਾਹੌਰ ਦੇ ਵਿੱਚ ਉਹ ਜਾਣਾ ਚਾਹੁੰਦੇ ਆ, ਜਾਂ ਉਹਨਾਂ ਦੇ ਪਿਤਾ ਜੀ ਨੇ ਜਿਹੜਾ ਸੁਪਨਾ ਦੇਖਿਆ ਸੀ, ਉਹ ਆਪ ਅਧਿਆਪਕ ਸੀਗੇ ਤੇ ਆਪਣੇ ਬੇਟੇ ਨੂੰ ਉਹ ਉਚੇਰੀ ਸਿੱਖਿਆ ਦੇਣਾ ਚਾਹੁੰਦੇ ਸੀਗੇ ਕਿਸੇ ਵੀ ਕੀਮਤ ਤੇ। ਬਟ ਇਹ ਜਾਣਨਾ ਇੱਥੇ ਬੜਾ ਜ਼ਰੂਰੀ ਹੈ ਸਾਡੇ ਵਾਸਤੇ ਕਿ ਉਹਨਾਂ ਦੇ ਪਰਿਵਾਰ ਦੇ ਹਾਲਾਤ ਕੀ ਸਨ।
ਕਿ ਲਾਲਾ ਲਾਜਪਤ ਰਾਏ ਘਰ ਦੇ ਵਿੱਚ ਬੱਚਿਆਂ ਦੇ ਵਿੱਚੋਂ ਸਭ ਤੋਂ ਵੱਡੇ ਸੀ। ਅੱਛਾ। ਔਰ ਪਿਤਾ ਦੀ ਜਿਹੜੀ ਇਨਕਮ ਸੀਗੀ ਉਹ ਬੜੀ ਮੁਸ਼ਕਲ ਨਾਲ 25 ਰੁਪਏ ਉਸ ਟਾਈਮ ਤੇ ਇੱਕ ਟੀਚਰ ਨੂੰ ਤਨਖਾਹ ਮਿਲਦੀ ਸੀ ਮੰਥਲੀ। ਔਰ ਉਸ ਤਨਖਾਹ ਦੇ ਵਿੱਚ ਆਪਣੇ ਬੇਟੇ ਨੂੰ ਉਹਨਾਂ ਨੇ ਜਿਹੜਾ ਉੱਚ ਸਿੱਖਿਆ ਦਿਲਵਾਣੀ ਸੀ ਉਹਦੇ ਵਾਸਤੇ ਉਹ ਇੱਕ ਚੈਲੰਜ ਸੀਗਾ ਉਹਨਾਂ ਦੇ ਵਾਸਤੇ ਕਿ ਉਹ ਕਿੱਦਾਂ ਉਹ ਪੂਰਾ ਕਰਨਾ ਹੈ ਸੁਪਨਾ ਆਪਣੇ ਬੱਚੇ ਨੂੰ ਪੜ੍ਹਾਉਣ ਦਾ। ਬਟ ਬਾਵਜੂਦ ਇਹਦੇ ਉਹਨਾਂ ਨੇ ਆਪਣੇ ਬੇਟੇ ਲਾਲਾ ਲਾਜਪਤ ਰਾਏ ਨੂੰ ਇਨਕਰੇਜ ਕੀਤਾ ਕਿ ਹਾਈ ਸਟੱਡੀ ਕਰਨੀ ਹੈ। ਔਰ ਇਹਦੇ 'ਚ ਇਹ ਜਾਣਨਾ ਬੜਾ ਜ਼ਰੂਰੀ ਹੋਏਗਾ ਕਿ ਲਾਲਾ ਲਾਜਪਤ ਰਾਏ ਦਾ ਜਿਹੜਾ ਜੀਵਨ ਹੈ ਜਦੋਂ ਉਹ ਸ਼ੁਰੂਆਤ ਕਰਦੇ ਆਪਣੇ ਬਚਪਨ ਦੇ ਵਿੱਚ ਤੇ ਉਹਨਾਂ ਦੀ ਜਿਹੜੀ ਸਟੱਡੀ ਹੈ ਉਹ ਸਟੱਡੀ 2-3 ਚੀਜ਼ਾਂ ਕਰਕੇ ਬੜੀ ਪ੍ਰਭਾਵਿਤ ਹੁੰਦੀ ਹੈ। ਉਹ ਪ੍ਰਭਾਵ ਕੀ ਨੇ? ਇੱਕ ਤੇ ਉਹਨਾਂ ਦੀ ਜਿਹੜੀ ਮਾਲੀ ਹਾਲਤ, ਠੀਕ ਹੈ ਜੀ। ਦੂਸਰਾ, ਲਾਲਾ ਲਾਜਪਤ ਰਾਏ ਜੀ ਦੀ ਜਿਹੜੀ ਬਚਪਨ ਦੇ ਵਿੱਚ ਆਪਣੀ ਸਿਹਤ ਹੈ ਉਹ ਕਾਫੀ ਵਾਰ ਉਹ ਮਤਲਬ ਬਿਮਾਰ ਹੀ ਰਹੇ ਤੇ ਬਿਮਾਰੀ ਦੇ ਬਾਵਜੂਦ ਵੀ ਉਹਨਾਂ ਨੇ ਆਪਣੀ ਸਟੱਡੀਜ਼ ਦੇ ਵਿੱਚ ਐਕਸੈਲ ਕੀਤਾ। ਔਰ ਤੀਸਰੀ ਚੀਜ਼ ਜਿਹੜੀ ਵਿਘਨ ਪਾਉਂਦੀ ਉਹਨਾਂ ਦੀ ਸਟੱਡੀ ਦੇ ਵਿੱਚ ਕਿ ਉਹਨਾਂ ਦੇ ਪਿਤਾ ਜੀ ਦੀ ਬਾਰ-ਬਾਰ ਬਦਲੀ ਹੋਣਾ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਪੰਜਾਬ ਦੇ ਵਿੱਚ। ਕਦੀ ਉਹ ਸ਼ਿਮਲੇ ਜਾ ਰਹੇ ਆ, ਕਦੀ ਰੋਪੜ ਜਾ ਰਹੇ, ਕਦੀ ਦਿੱਲੀ ਦੇ ਕੋਲ ਉਹਨਾਂ ਦੀ ਬਦਲੀ ਹੋ ਰਹੀ ਹੈ। ਤੇ ਪਰਿਵਾਰ ਜਿਹੜਾ ਉਹਨੂੰ ਚਲਾਉਣਾ ਵੀ ਉਹਨਾਂ ਵਾਸਤੇ ਇੱਕ ਔਖਾ ਹੈ। ਉਹਨਾਂ ਦੇ ਪਿਤਾ ਜੀ ਨੂੰ ਨਾਲ ਬੱਚੇ ਨਾਲ ਲੈ ਕੇ ਜਾਣਾ ਵੀ। ਸੋ ਇਹਨਾਂ ਹਾਲਾਤਾਂ ਦੇ ਵਿੱਚ ਉਹਨਾਂ ਦੀ ਮੁੱਢਲੀ ਸਟੱਡੀ ਤੇ ਪੂਰੀ ਹੋ ਜਾਂਦੀ। ਜਿਵੇਂ ਮੈਂ ਸਟਾਰਟਿੰਗ 'ਚ ਦੱਸਿਆ ਸੀਗਾ ਕਿ ਲਾਲਾ ਜੀ ਦੀ ਜਿਹੜੀ ਸ਼ੁਰੂਆਤੀ ਸਟੱਡੀ ਉਹਨਾਂ ਦੇ ਘਰ ਤੋਂ ਹੀ ਸ਼ੁਰੂ ਹੋ ਜਾਂਦੀ ਕਿ ਉਹਨਾਂ ਦੇ ਪਿਤਾ ਜੀ ਬੜਾ ਮੁੱਖ ਰੋਲ ਨਿਭਾਉਂਦੇ ਆ ਉਹਨਾਂ ਨੂੰ ਜਿਹੜਾ ਪੜ੍ਹਾਉਣ ਵਾਸਤੇ, ਠੀਕ ਹੈ ਜੀ। ਤੇ ਜਦੋਂ ਉਹ ਮੈਟ੍ਰਿਕ ਕਰ ਜਾਂਦੇ ਆ ਤੇ ਉਹਨਾਂ ਦਿਨਾਂ ਦੇ ਵਿੱਚ ਹਾਇਰ ਸਟੱਡੀ ਵਾਸਤੇ ਜਦੋਂ ਲਾਹੌਰ ਉਹਨਾਂ ਵਾਸਤੇ ਚੁਣਿਆ ਜਾਂਦਾ ਕਿ ਲਾਹੌਰ ਉਹਨਾਂ ਨੂੰ ਮਤਲਬ ਸਟੱਡੀ ਵਾਸਤੇ ਭੇਜਿਆ ਜਾਵੇ। ਔਰ ਲਾਹੌਰ ਉਹ ਭੇਜ ਤੇ ਦਿੱਤਾ ਉਹਨਾਂ ਨੇ, ਬਟ ਉੱਥੇ ਜਾ ਕੇ ਵੀ ਜੀਵਨ ਲਾਲਾ ਲਾਜਪਤ ਰਾਏ ਦਾ ਸੌਖਾ ਨਹੀਂ ਸੀਗਾ ਕਿਉਂਕਿ ਉਹਨਾਂ ਨੂੰ ਉੱਥੇ ਜਦੋਜਹਿਦ ਕਰਨੀ ਪਈ। ਇੱਕ ਉਹਨਾਂ ਨੂੰ ਪਿੱਛੇ ਧਿਆਨ ਸੀ ਕਿ ਮੇਰੇ ਪੇਰੈਂਟਸ ਗਰੀਬ ਹੈ ਔਰ ਉਹਨਾਂ ਨੂੰ ਮੈਂ ਜਿੰਨੀ ਜਲਦੀ ਹੋ ਸਕੇ ਕੋਈ ਨਾ ਕੋਈ ਹੈਲਪ ਕਰਾਂ। ਔਰ ਉੱਥੇ ਵੀ ਉਹਨਾਂ ਨੇ ਆਪਣੀ ਸਟੱਡੀ ਦੇ ਵਿੱਚ ਕੁਝ 3 ਰੁਪਏ ਵਜ਼ੀਫਾ ਲੈ ਲਿਆ। ਔਰ 3 ਰੁਪਏ ਉਸ ਟਾਈਮ ਤੇ ਵੱਡੀ ਅਮਾਉਂਟ ਸੀ ਕਿਉਂਕਿ 10 ਰੁਪਏ ਦਾ ਖਰਚਾ ਉਹਨਾਂ ਦੀ ਸਟੱਡੀ ਦਾ ਸੀਗਾ। ਔਰ ਨਾਲ ਦੇ ਨਾਲ ਉਹ ਗਏ ਤੇ ਉੱਥੇ ਇੱਕ ਇੰਟਰਮੀਡੀਏਟ ਕੋਰਸ ਦੇ ਵਿੱਚ ਦਾਖਲਾ ਲੈ ਕੇ ਡਿਗਰੀ ਕਰਨ ਗਏ ਸੀਗੇ ਗਵਰਨਮੈਂਟ ਕਾਲਜ ਲਾਹੌਰ ਜਿਹੜਾ ਉਸ ਟਾਈਮ ਤੇ ਸੀਗਾ। ਲੇਕਿਨ ਨਾਲ ਦੇ ਨਾਲ ਉਹਨਾਂ ਦਾ ਜਿਵੇਂ ਕੁਦਰਤ ਨੇ ਪਹਿਲੇ ਹੀ ਸੋਚਿਆ ਹੁੰਦਾ ਕਿ ਕਿਸੇ ਨੇ ਕੀ ਕਰਨਾ ਹੈ ਤੇ ਉਹਨਾਂ ਦੇ ਦੋਸਤਾਂ ਦੇ ਕਹਿਣ ਤੇ ਜਾਂ ਉਹਨਾਂ ਦਾ ਆਪਣਾ ਰੁਝਾਨ ਸੀ, ਨਾਲ ਦੇ ਨਾਲ ਉਹਨਾਂ ਨੇ ਦੂਸਰੀ ਇੱਕ ਡਿਗਰੀ ਲਾਅ ਦੀ ਡਿਗਰੀ ਦੇ ਵਿੱਚ ਵੀ ਲਾਅ ਦੇ ਕੋਰਸ ਦੇ ਵਿੱਚ ਵੀ ਦਾਖਲਾ ਲੈ ਲਿਆ। ਔਰ ਜਿੱਥੋਂ ਉਹਨਾਂ ਦਾ ਅੱਗੇ ਵਕਾਲਤ ਦਾ ਰਸਤਾ ਖੁੱਲਿਆ। ਔਰ ਉਹ ਇੱਥੇ ਆ ਕੇ ਜਿਹੜਾ ਲਾਹੌਰ ਹੈ, ਲਾਹੌਰ ਵੈਸੇ ਹੀ ਗਤੀਵਿਧੀਆਂ ਦਾ ਜਿਹੜਾ ਕੇਂਦਰ ਸ਼ੁਰੂ ਤੋਂ ਹੀ ਰਿਹਾ। ਇੱਕ ਪ੍ਰਾਚੀਨ ਸ਼ਹਿਰ ਸੀਗਾ। ਸ਼੍ਰੀ ਰਾਮਚੰਦਰ ਜੀ ਦੇ ਬੇਟੇ ਲਵ ਦੇ ਨਾਂ ਤੇ ਇਹ ਸ਼ਹਿਰ ਵਸਿਆ। ਔਰ ਪ੍ਰਾਚੀਨ ਕਾਲ ਤੋਂ ਲੈ ਕੇ ਮੱਧ ਕਾਲ ਤੱਕ ਦੇਖਿਆ ਜਾਵੇ ਤੇ ਇਹ ਜਿਹੜਾ ਰਾਜਨੀਤੀ ਦਾ ਕੇਂਦਰ ਰਿਹਾ। ਔਰ ਮਾਡਰਨ ਟਾਈਮਸ ਤੇ ਆ ਕੇ ਵੀ ਜਿਹੜੀ ਅੰਗਰੇਜ਼ਾਂ ਦਾ ਜਿਹੜਾ ਸ਼ਾਸਨ ਚੱਲ ਰਿਹਾ ਸੀ ਭਾਰਤ ਦੇ ਵਿੱਚ ਉਸ ਟਾਈਮ ਤੇ ਇਹ ਕਾਫੀ ਜਿਹੜੀਆਂ ਗਤੀਵਿਧੀਆਂ ਉੱਥੇ ਚੱਲ ਰਹੀਆਂ ਸੀ। ਉਹ ਲਾਜ਼ਮੀ ਸੀਗਾ ਕਿ ਲਾਲਾ ਲਾਜਪਤ ਰਾਏ ਦੀ ਸੋਚ ਨੂੰ ਉਹ ਪ੍ਰਭਾਵਿਤ ਕਰਨ। ਔਰ ਇਹਨਾਂ ਚੀਜ਼ਾਂ ਨੇ ਲਾਲਾ ਲਾਜਪਤ ਰਾਏ ਦੀ ਸੋਚ ਨੂੰ ਪ੍ਰਭਾਵਿਤ ਤੇ ਕੀਤਾ। ਔਰ ਨਾਲ ਦੇ ਨਾਲ ਉਹਨਾਂ ਦੀ ਜਿਹੜੀ ਸਟੱਡੀ ਸੀਗੀ ਉਹ ਉਹਨਾਂ ਨੇ ਜਾਰੀ ਰੱਖੀ। ਲੇਕਿਨ ਸਟੱਡੀ ਦੇ ਵਿੱਚ ਉਹਨਾਂ ਨੇ ਜਿਹੜਾ ਵਕਾਲਤ ਦੀ ਡਿਗਰੀ ਤੇ ਉਹਨਾਂ ਦੀ ਹੋ ਗਈ, ਮਤਲਬ ਵਕਾਲਤ ਦੀ ਜਿਹੜੀ ਡਿਗਰੀ ਜਿਹੜਾ ਕੋਰਸ ਸੀਗਾ ਵਕੀਲ ਬਣਨ ਵਾਸਤੇ 2 ਸਾਲ ਉਹਨਾਂ ਨੂੰ ਪੜ੍ਹਨਾ ਪੈਣਾ ਸੀ ਤੇ ਪਾਸ ਹੋਣਾ ਪੈਣਾ ਸੀ। ਬਟ ਵਕਾਲਤ ਦਾ ਜਿਹੜਾ ਪਹਿਲਾ ਸਾਲ ਉਹਨਾਂ ਨੇ ਪਾਸ ਕਰ ਲਿਆ, ਡਿਗਰੀ ਕੋਰਸ ਉਹਨਾਂ ਦਾ ਵਿੱਚ ਹੀ ਰਹਿ ਗਿਆ ਕਿਉਂਕਿ ਉਹਨਾਂ ਦੀ ਜਿਹੜੀ ਪਬਲਿਕ ਐਕਟੀਵਿਟੀਜ਼ ਇੱਥੇ ਸ਼ੁਰੂ ਹੋ ਗਈਆਂ ਸੀ। ਪਹਿਲੇ ਉਹਨਾਂ ਦੇ ਜੀਵਨ ਦੇ ਬਾਰੇ ਸਾਨੂੰ ਕੋਈ ਜ਼ਿਆਦਾ ਜਾਣਕਾਰੀ ਨਹੀਂ ਮਿਲਦੀ ਕਿ ਉਹ ਕਿਸ ਤਰ੍ਹਾਂ ਦੀ ਸੋਚ ਦੇ ਮਾਲਕ ਹੈ। ਬਟ ਇੱਥੇ ਆ ਕੇ ਉਹਨਾਂ ਦੀ ਸੋਚ 'ਚ ਕਿੱਦਾਂ ਪਰਿਵਰਤਨ ਆਉਂਦਾ ਜਾਂ ਕੀ ਉਹਨਾਂ ਦਾ ਪ੍ਰਭਾਵ ਸੀਗਾ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਦੇਖਣ ਨੂੰ ਮਿਲਦੀਆਂ ਕਿ 2 ਸਾਲ ਉਹਨਾਂ ਦੇ ਲਾਹੌਰ ਦਾ ਸਟੇ ਜਿਹੜਾ ਸਟੱਡੀ ਦੌਰਾਨ ਉਹ ਬੜਾ ਹੀ ਜ਼ਬਰਦਸਤ ਰੋਲ ਨਿਭਾਉਂਦਾ ਜਿਹਨੂੰ ਉਹ ਯਾਦ ਕਰਦੇ ਆ ਪੂਰਾ ਆਪਣਾ ਜੀਵਨ ਕਿ ਜੇ ਮੈਂ ਲਾਹੌਰ ਨਾ ਜਾਂਦਾ ਤੇ ਸ਼ਾਇਦ ਮੈਂ ਕੀ ਹੁੰਦਾ। ਔਰ ਲਾਹੌਰ ਦੇ ਵਿੱਚ ਖਾਸ ਕਰਕੇ ਜਿਹੜਾ ਉਹ ਆਰਿਆ ਸਮਾਜ 'ਚ ਜਾਂਦੇ ਉਹ ਉਹਨਾਂ ਦਾ ਇੱਕ ਟਰਨਿੰਗ ਪੁਆਇੰਟ ਸੀਗਾ ਉਹਨਾਂ ਦੇ ਜੀਵਨ ਦੇ ਵਿੱਚ। ਹਾਂਜੀ, ਇਹੀ ਸਵਾਲ ਮੈਂ ਅਗਲਾ ਪੁੱਛਣਾ ਚਾਹੁੰਦੀ ਸੀ ਕਿ ਆਰਿਆ ਸਮਾਜ ਦੇ ਵਿੱਚ ਆਉਣਾ ਉਹਨਾਂ ਦਾ ਤੇ ਆਰਿਆ ਸਮਾਜ ਦਾ ਪ੍ਰਭਾਵ ਕਿਸ ਤਰ੍ਹਾਂ ਦਾ ਸੀ ਲਾਲਾ ਜੀ ਉੱਤੇ? ਆਰਿਆ ਸਮਾਜ ਉਸ ਟਾਈਮ ਤੇ ਜੇ ਦੇਖਿਆ ਜਾਵੇ ਭਾਰਤ ਦੇ ਵਿੱਚ ਅੰਗਰੇਜ਼ੀ ਸ਼ਾਸਨ ਸੀਗਾ। ਔਰ ਅੰਗਰੇਜ਼ੀ ਸ਼ਾਸਨ ਦੇ ਕਾਰਨ ਜਿਹੜੀਆਂ ਰਾਜਨੀਤਿਕ ਜਿਹੜੀਆਂ ਡਿਵੈਲਪਮੈਂਟ ਸੀਗੀਆਂ ਜਾਂ ਜਿਹੜਾ ਇਕਨੋਮਿਕ ਡਿਵੈਲਪਮੈਂਟ ਸੀਗੀਆਂ ਔਰ ਭਾਰਤ ਦਾ ਪਛੜਿਆ ਹੋਣਾ, ਭਾਰਤ ਦਾ ਗੁਲਾਮ ਹੋਣਾ, ਅੰਗਰੇਜ਼ਾਂ ਦੇ ਅਧੀਨ ਹੋਣਾ, ਉਹਦੇ ਕਰਕੇ ਲਾਹੌਰ ਦੇ ਵਿੱਚ ਜਿਵੇਂ ਦੱਸਿਆ ਕਿ ਇਹਨਾਂ ਚੀਜ਼ਾਂ ਨੂੰ ਕਿਉਂਕਿ ਭਾਰਤੀਆਂ ਨੂੰ ਜਗਾਉਣ ਵਾਸਤੇ ਜਿਹੜੀਆਂ ਸਮਾਜ ਸੁਧਾਰਕ ਅੰਦੋਲਨ ਜਿਹੜੇ ਚੱਲ ਰਹੇ ਸੀ ਕਿ ਅਸੀਂ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣਾ, ਅਸੀਂ ਆਪਣੇ ਜਿਹੜੇ ਲੋਕ ਆ ਉਹਨਾਂ ਨੂੰ
ਜਾਗਰਿਤ ਕਰਨਾ, ਉਹਨਾਂ ਦੇ ਜਿਹੜਾ ਸਾਡੇ ਸਮਾਜ ਦੇ ਵਿੱਚ ਸੁਧਾਰ ਕਰਨੇ ਅਸੀਂ, ਤੇ ਅਸੀਂ ਆਪਣੇ ਆਪ ਨੂੰ ਮਤਲਬ ਸક્ષਮ ਬਣਾਉਣਾ। ਸੋ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਲਾਲਾ ਜੀ ਪਹਿਲੇ ਬ੍ਰਹਮੋ ਸਮਾਜ ਵੱਲ ਵੀ ਅਟਰੈਕਟ ਹੁੰਦੇ, ਕਿਉਂਕਿ ਬ੍ਰਹਮੋ ਸਮਾਜ ਜਿਹੜਾ ਕਿ ਜਿਹਦੀ ਸਥਾਪਨਾ ਤੇ ਚਾਹੇ ਉਹ ਬੰਗਾਲ 'ਚ ਹੋਈ ਸੀਗੀ, ਬਟ ਉਹਦੀ ਇੱਕ ਬ੍ਰਾਂਚ ਇੱਥੇ ਵੀ ਖੁੱਲੀ ਸੀ ਔਰ ਪੰਜਾਬੀ ਕੁਝ ਹਿੱਸਾ ਲੈ ਰਹੇ ਸੀ, ਪਰ ਬ੍ਰਹਮੋ ਸਮਾਜ 'ਚ ਉਹਨਾਂ ਜ਼ਿਆਦਾ ਰੁਝਾਨ ਨਹੀਂ ਹੋਇਆ। ਔਰ ਆਰਿਆ ਸਮਾਜ ਦੇ ਵਿੱਚ ਉਹਨਾਂ ਦਾ ਜਾਣਾ ਇੱਕ ਤੈਅ ਇਸ ਤਰ੍ਹਾਂ ਦਾ ਸੀਗਾ ਕਿ ਉਹਨਾਂ ਦੇ ਜਿਹੜੇ ਦੋ ਦੋਸਤ ਸੀਗੇ, ਮਹਾਤਮਾ ਹੰਸਰਾਜ ਤੇ ਗੁਰੂ ਦੱਤ ਵਿਦਿਆਰਥੀ, ਉਹਨਾਂ ਦੀ ਬੜੀ ਵੱਡੀ ਭੂਮਿਕਾ ਸੀ, ਕਿਉਂਕਿ ਉਹ ਆਰਿਆ ਸਮਾਜੀ ਸੀਗੇ। ਔਰ ਸਵਾਮੀ ਦਇਆਨੰਦ ਦੇ ਜਿਹੜਾ ਮਿਸ਼ਨ ਸੀਗਾ ਸ਼ੁਰੂ ਕੀਤਾ ਉਹਨਾਂ ਨੇ ਸਮਾਜ ਸੁਧਾਰ ਦਾ, ਉਹਦੇ ਵਿੱਚ ਉਹਨਾਂ ਨੇ ਯੋਗਦਾਨ ਜਿਹੜਾ ਸ਼ੁਰੂ ਕੀਤਾ, ਔਰ ਉਹਨਾਂ ਦੇ ਕਹਿਣ ਤੇ ਹੀ ਉਹ ਆਰਿਆ ਸਮਾਜ ਜੁਆਇਨ ਕਰਦੇ ਆ। ਔਰ ਆਰਿਆ ਸਮਾਜ ਉਹਨਾਂ ਨੇ ਇੱਕ ਧਾਰਮਿਕ ਅੰਦੋਲਨ ਦੇ ਤੌਰ ਤੇ ਨਹੀਂ ਜੁਆਇਨ ਕੀਤਾ, ਉਹਨਾਂ ਨੇ ਜਿਹੜੀ ਆਰਿਆ ਸਮਾਜ ਦੀ ਇੱਕ ਸਮਾਜ ਸੁਧਾਰ ਵਾਲੀ ਜਾਂ ਇੱਕ ਰਾਸ਼ਟਰ ਭਗਤੀ ਵਾਲੀ ਜਿਹੜੀ ਵਿਚਾਰਧਾਰਾ ਸੀਗੀ, ਉਹਨੂੰ ਦੇਖ ਕੇ ਜੁਆਇਨ ਕੀਤਾ। ਇਹ ਬੜਾ ਹੀ ਜ਼ਰੂਰੀ ਸਾਡੇ ਵਾਸਤੇ ਜਾਣਨਾ ਕਿ ਉਹ ਇੱਕ ਧਰਮ 'ਚ ਬਦਲਾਵ ਨਹੀਂ ਚਾਹੁੰਦੇ, ਉਹ ਚਾਹੁੰਦੇ ਕਿ ਮੇਰਾ ਦੇਸ਼ ਜਿਹੜਾ ਜਾਂ ਮੇਰੇ ਦੇਸ਼ ਦੇ ਲੋਕ ਜਿਹੜੇ ਆ ਉਹਨਾਂ ਦਾ ਜਿਹੜਾ ਉਹ ਉਥਾਨ ਹੋਵੇ, ਉਹ ਜਾਗਰਤ ਹੋਣ ਤੇ ਅਸੀਂ ਆਪਣੇ ਦੇਸ਼ ਦੀ ਜਿਹੜੀ ਆਜ਼ਾਦੀ ਹੈ ਉਹਨੂੰ ਜਲਦੀ ਹੀ ਹਾਸਲ ਕਰੀਏ। ਬਹੁਤ ਹੀ ਵਿਸ਼ਾਲ ਸੋਚ ਦੇ ਮਾਲਕ ਲਾਲਾ ਲਾਜਪਤ ਰਾਏ, ਜਿਨ੍ਹਾਂ ਨੇ ਆਰੀਆ ਸਮਾਜ ਦੇ ਧਰਮ ਨੂੰ ਅਪਣਾਇਆ, ਪਰ ਉਹ ਚੰਗੀ ਗੱਲ ਅਪਣਾਈ ਜਿਸ ਦੇ ਵਿੱਚ ਸਾਰੇ ਲੋਕਾਂ ਦਾ ਭਲਾ ਹੋ ਸਕੇ। ਆਪਣੇ ਆਪ ਦਾ ਹੀ ਨਹੀਂ ਸੋਚਦੇ ਸੀ, ਸਾਰਿਆਂ ਦਾ ਸੋਚਦੇ ਸੀ। ਤੇ ਉਸ ਤੋਂ ਬਾਅਦ ਜਿਹੜੀ DAV ਅੰਦੋਲਨ ਸ਼ੁਰੂ ਹੋ ਗਿਆ, ਉਸ ਦੇ ਵਿੱਚ ਲਾਲਾ ਜੀ ਦਾ ਆਉਣਾ ਕੀ ਸਬਬ ਬਣਿਆ, ਕੀ ਰੋਲ ਰਿਹਾ ਉਹਨਾਂ ਦਾ? DAV ਦੇ ਵਿੱਚ ਇਹ ਦਇਆਨੰਦ ਐਂਗਲੋ ਵੈਦਿਕ, ਜਿਵੇਂ ਉਹਨਾਂ ਦੇ ਜਿਹੜੇ ਆਰਿਆ ਸਮਾਜ ਦੇ ਜਿਹੜੇ ਸੰਸਥਾਪਕ ਸਵਾਮੀ ਦਇਆਨੰਦ ਸੀਗੇ, ਉਹਨਾਂ ਦੇ ਨਾਂ ਤੇ ਅੰਦੋਲਨ ਸ਼ੁਰੂ ਕੀਤਾ ਗਿਆ। ਇਸ ਅੰਦੋਲਨ ਦੀ ਜਿਹੜੀ ਸ਼ੁਰੂਆਤ ਹੈ ਉਹ ਕਿਸ ਤਰ੍ਹਾਂ ਹੁੰਦੀ ਹੈ ਕਿ 1883 ਦੇ ਵਿੱਚ ਜਦੋਂ ਸਵਾਮੀ ਦਇਆਨੰਦ ਦੀ ਜਿਹੜੀ ਮ੍ਰਿਤਿੂ ਹੋ ਜਾਂਦੀ ਹੈ, ਤੇ ਉਹਨਾਂ ਦੀ ਯਾਦ ਦੇ ਵਿੱਚ ਇਹ ਜਿਹੜੇ ਆਰਿਆ ਸਮਾਜੀ ਜਿਹੜੇ ਦੋਸਤ ਸੀਗੇ ਸਾਰੇ, ਜਿਨ੍ਹਾਂ ਦੇ ਵਿੱਚੋਂ 3 ਖਾਸ ਸੀਗੇ ਜਿਨ੍ਹਾਂ ਦਾ ਮੈਂ ਨਾਂ ਲਿਆ, ਹੋਰ ਵੀ ਸੀਗੇ, ਬਟ ਇਹਨਾਂ ਨੇ ਡਿਸਾਈਡ ਕੀਤਾ ਕਿ ਅਸੀਂ ਉਹਨਾਂ ਦੀ ਯਾਦ ਦੇ ਵਿੱਚ ਕੀ ਕਰਨਾ, ਕਿ ਜਿਹੜਾ ਇੱਕ ਸਵਾਮੀ ਦਇਆਨੰਦ ਦਾ ਇੱਕ ਮਿਸ਼ਨ ਸੀਗਾ ਕਿ ਜਿਹੜਾ ਹਨੇਰਾ ਦੂਰ ਕਰਨਾ ਤੇ ਆਪਣੇ ਜਿਹੜੇ ਲੋਕ ਹੈ ਉਹਨਾਂ ਨੂੰ ਜਾਗਰਤ ਕਰਨਾ ਔਰ ਆਪਣੀ ਸਭਿਅਤਾ ਨੂੰ ਉੱਪਰ ਚੁੱਕਣਾ। ਔਰ ਉਸ ਚੀਜ਼ ਨੂੰ ਦੇਖਦੇ ਹੋਏ ਜਿਹੜੇ ਇਹਨਾਂ ਨੇ ਡਿਸਾਈਡ ਕੀਤਾ ਕਿ ਇਹ ਕਿੱਦਾਂ ਕੀਤਾ ਜਾ ਸਕਦਾ, ਔਰ ਉਹਨਾਂ ਨੂੰ ਉਹਨਾਂ ਦੀ ਯਾਦ ਦੇ ਵਿੱਚ ਕਿਹੜਾ ਇਹੋ ਜਿਹਾ ਸਮਾਰਕ ਬਣਾਇਆ ਜਾ ਸਕਦਾ ਕਿ ਅਸੀਂ ਤਾਂ ਉਮਰ ਉਹਨਾਂ ਨੂੰ ਯਾਦ ਕਰੀਏ ਤੇ ਉਹਨਾਂ ਦੀਆਂ ਜਿਹੜੀਆਂ ਟੀਚਿੰਗਸ ਆ ਉਹਨਾਂ ਨੂੰ ਅੱਗੇ ਲੈ ਕੇ ਜਾਈਏ ਜੀ। ਤਾਂ ਇਹ ਡਿਸਾਈਡ ਕੀਤਾ ਗਿਆ ਕਿ ਦਇਆਨੰਦ ਐਂਗਲੋ ਵੈਦਿਕ ਜਿਹੜਾ DAV ਅਸੀਂ ਕਹਿੰਦੇ ਆ, ਉਹ ਸੰਸਥਾ ਜਿਹੜੀ ਆ ਉਹ ਸ਼ੁਰੂ ਕੀਤੀ ਜਾਏਗੀ ਤੇ ਲੋਕਾਂ ਨੂੰ ਐਜੂਕੇਟ ਕੀਤਾ ਜਾਏਗਾ। ਅੱਛਾ, ਹਾਂਜੀ। ਤੇ ਉਸ ਦੇ ਤਹਿਤ 1886 ਦੇ ਵਿੱਚ, ਔਰ ਇੱਕ ਬੜਾ ਵੱਡਾ ਔਖਾ ਕੰਮ ਸੀਗਾ ਇੱਕ ਇਦਾਂ ਦਾ ਅੰਦੋਲਨ ਸ਼ੁਰੂ ਕਰਨਾ, ਕਿਉਂਕਿ ਉਹਦੇ ਵਾਸਤੇ ਪੈਸਾ ਵੀ ਚਾਹੀਦਾ ਸੀ, ਟੀਚਰਸ ਵੀ ਚਾਹੀਦੇ ਸੀਗੀ, ਬਿਲਡਿੰਗਸ ਵੀ ਚਾਹੀਦੀਆਂ ਸੀਗੀਆਂ, ਔਰ ਇਹ ਕਰਨਾ ਇੰਨਾ ਸੌਖਾ ਨਹੀਂ ਸੀ ਜਿੰਨਾ ਉਹਨਾਂ ਨੇ ਸੋਚ ਲਿਆ ਸੀ। ਬਟ ਉਹਨਾਂ ਦੇ ਸਾਹਮਣੇ ਔਕੜਾਂ ਬਹੁਤ ਜ਼ਿਆਦਾ ਸੀਗੀਆਂ, ਪਰ ਉਹਨਾਂ ਨੇ ਕਿਸੇ ਵੀ ਔਕੜ ਨੂੰ ਕੋਈ ਵੱਡੀ ਨਾ ਸਮਝਿਆ, ਔਰ ਕੋਈ ਔਕੜ ਉਹਨਾਂ ਸਾਹਮਣੇ ਵੱਡੀ ਨਹੀਂ ਸੀਗੀ। ਔਰ ਲਾਲਾ ਜੀ ਦਾ ਇੱਥੇ ਬੜਾ ਵੱਡਾ ਇੱਕ ਰੋਲ ਹੈ ਕਿ ਉਹ ਆਪਣੇ ਜਿਹੜੇ ਸਾਰਾ ਕੁਝ ਛੱਡ ਕੇ ਤੇ ਫੰਡ ਰੇਜ਼ਿੰਗ ਦੇ ਵਿੱਚ ਜਾਂਦੇ ਆ। ਅੱਛਾ, ਹਾਂ, ਉਹ ਇੱਕ ਬੜੇ ਵੱਡੇ ਫੰਡ ਰੇਜ਼ਰ ਵੀ ਬਣਦੇ, ਕਿਉਂਕਿ ਉਹ ਇੱਕ ਬਹੁਤ ਵੱਡੇ ਵਕਤਾ ਬਣ ਗਏ ਸੀ ਇਸ ਟਾਈਮ ਤੇ। ਅੱਛਾ, ਫੰਡ ਜਿਹੜੀ ਰੇਜ਼ਿੰਗ ਕੀਤੀ ਜਾਂਦੀ ਸੀ, ਇਹਦਾ ਮਤਲਬ ਆਪਾਂ ਕਹਿ ਦਈਏ ਕਿ ਪ੍ਰਯੋਗ ਕਿੱਥੇ ਹੁੰਦਾ ਸੀ ਜਾਂ ਫੰਡ ਰੇਜ਼ਿੰਗ ਕਿਉਂ ਕੀਤੀ ਜਾਂਦੀ ਸੀ ਉਸ ਸਮੇਂ? ਇਹ ਦਇਆਨੰਦ ਦੇਖੋ, ਫੰਡ ਰੇਜ਼ਿੰਗ ਜਿਹੜੀ ਹੈ ਉਹ ਸ਼ੁਰੂਆਤ ਤੇ ਲਾਲਾ ਲਾਜਪਤ ਰਾਏ ਜੀ ਨੇ, ਕਿਉਂਕਿ ਫੰਡ ਰੇਜ਼ਿੰਗ ਦੇ ਵਿੱਚ ਇਹ ਹੁੰਦਾ ਕਿ ਲੋਕਾਂ ਕੋਲੋਂ ਪੈਸੇ ਲੈਣੇ ਕੋਈ ਸੌਖਾ ਕੰਮ ਨਹੀਂ ਹੈ, ਲੋਕ ਪੈਸੇ ਕਿਉਂ ਦੇਣਗੇ। ਬਟ ਲਾਲਾ ਲਾਜਪਤ ਰਾਏ ਦੀ ਸ਼ਖਸੀਅਤ ਜਿਹੜੀ ਇਸ ਤਰ੍ਹਾਂ ਦੀ ਸੀਗੀ ਕਿ ਉਹ ਬੜੇ ਹੀ ਇੱਕ ਜ਼ਬਰਦਸਤ ਵਕਤਾ ਸੀਗੇ, ਵਕੀਲ ਤੇ ਸੀਗੇ, ਔਰ ਵਕਤਾ ਉਹ ਸਾਰੀ ਉਮਰ ਜੇ ਉਹਨਾਂ ਨੇ ਇੱਕ ਰਾਜਨੇਤਾ ਦੇ ਤੌਰ ਤੇ, ਇੱਕ ਪੋਲੀਟੀਕਲ ਲੀਡਰ ਦੇ ਤੌਰ ਤੇ ਭੂਮਿਕਾ ਨਿਭਾਈ, ਤੇ ਉਹ ਉਹਨਾਂ ਦੀ ਇੱਕ ਮੈਗਨੈਟਿਕ ਪੁੱਲ ਸੀਗੀ ਜਿਹਦੇ ਕਰਕੇ ਜਿੱਥੇ ਵੀ ਜਾਂਦੇ ਸੀ, ਬੋਲਦੇ ਸੀ, ਲੋਕ ਉਹਨਾਂ ਦੇ ਮੁਰੀਦ ਹੋ ਜਾਂਦੇ ਸੀ, ਫੈਨ ਹੋ ਜਾਂਦੇ ਸੀ। ਔਰ ਇਸ ਚੀਜ਼ ਨੂੰ ਦੇਖਦੇ ਹੋਏ ਜਦੋਂ ਉਹਨਾਂ ਨੇ ਆਰਿਆ ਸਮਾਜ ਦੇ ਪ੍ਰਤੀ ਪ੍ਰਚਾਰ ਕਰਨਾ ਸ਼ੁਰੂ ਕੀਤਾ, ਔਰ ਜਦੋਂ ਲੋਕਾਂ 'ਚ ਗਏ, ਵਿਚਰੇ, ਔਰ ਉਹਨਾਂ ਨੇ ਆਪਣਾ ਮਿਸ਼ਨ ਦੱਸਿਆ ਕਿ ਅਸੀਂ ਆਪਣੇ ਜਿਹੜੇ ਜਨਰੇਸ਼ਨਸ ਨੂੰ ਜਿਹੜਾ ਅਸੀਂ ਅੱਗੇ ਲਿਆ ਕੇ ਉਹਨਾਂ ਨੂੰ ਪੜ੍ਹਾਉਣਾ ਚਾਹੁੰਦੇ ਆ ਔਰ ਉਹਨਾਂ ਨੂੰ ਐਜੂਕੇਟ ਕਰਨਾ ਚਾਹੁੰਦੇ ਆ, ਤੇ ਸਾਨੂੰ ਫੰਡਸ ਦੀ ਲੋੜ ਹੈ। ਔਰ ਉਹ ਦੂਰ ਦੂਰ ਜਾ ਕੇ ਪ੍ਰਚਾਰ ਕਰਦੇ ਸੀਗੇ, ਔਰ ਭੀੜ ਜਿਹੜੀ ਸੀ, ਕੁਝ ਪੈਸੇ ਜਿਹੜੇ ਲੋਕ ਦਿੰਦੇ ਸੀ, ਉਹ ਇਕੱਠੇ ਹੋ ਕੇ ਫੰਡ ਇਕੱਠਾ ਹੁੰਦਾ ਸੀ, ਤੇ ਉਹਦੇ ਤੋਂ ਬਾਅਦ ਫਿਰ ਇਹਨਾਂ ਨੇ DAV ਸਕੂਲ ਜਿਹੜਾ 1886 ਦੇ ਵਿੱਚ ਸ਼ੁਰੂ ਕੀਤਾ, ਔਰ ਬਾਅਦ ਚ ਜਿਹੜਾ DAV ਕਾਲਜ ਲਾਹੌਰ ਜਿਹੜਾ ਬਣ ਗਿਆ। ਹਾਂਜੀ, ਠੀਕ ਹੈ। ਰਾਜਕੁਮਾਰ ਜੀ, ਜਿਵੇਂ ਤੁਸੀਂ ਦੱਸਿਆ ਕਿ ਉਹਨਾਂ ਦੀ ਆਵਾਜ਼ ਜਾਂ ਉਹਨਾਂ ਦੇ
ਇੰਨੇ ਚੰਗੇ ਵਕਤਾ ਸੀਗੇ ਕਿ ਲੋਕ ਆਪਣੇ ਆਪ ਹੀ ਆਕਰਸ਼ਿਤ ਹੋ ਜਾਂਦੇ ਸੀ, ਹੈ ਨਾ। ਤੇ ਕੀ ਅਸੀਂ ਕਹਿ ਸਕਦੇ ਹਾਂ ਕਿ ਇੱਥੋਂ ਹੀ ਲਾਲਾ ਜੀ ਨੇ ਸ਼ੁਰੂਆਤ ਕਰ ਲਈ ਆਪਣੀ ਐਜ਼ ਅ ਪੋਲੀਟੀਕਲ ਲੀਡਰ, ਜਾਂ ਉਹਨਾਂ ਦੀ ਲੀਡਰਸ਼ਿਪ ਦੀ ਜਿਹੜੀ ਕੁਆਲਿਟੀ ਸੀ ਇੱਥੇ ਹੀ ਜ਼ਿਆਦਾ ਜਿਹੜੀ ਹੈਗੀ ਆ ਉਹ ਇੰਨੀ ਉੱਭਰ ਕੇ ਲੋਕਾਂ 'ਚ ਸਾਹਮਣੇ ਆਈ ਕਿ ਉਹਨਾਂ ਲੋਕਾਂ ਨੇ ਸਾਰਿਆਂ ਨੂੰ ਲਾਲਾ ਜੀ ਨੂੰ ਲੀਡਰ ਮੰਨ ਲਿਆ ਆਪਣਾ? ਹਾਂਜੀ, ਉਹ ਸਮਾਜ ਸੁਧਾਰ ਦੇ ਨਾਲ ਜਦੋਂ ਸਮਾਜ ਸੁਧਾਰ 'ਚ ਆਏ ਤੇ ਉਹਨਾਂ ਨੇ ਇੱਕ ਚੀਜ਼ ਰਿਅਲਾਈਜ਼ ਕੀਤੀ ਕਿ ਸਮਾਜ ਸੁਧਾਰ ਤੇ ਥੋੜਾ ਵੇਟ ਕਰ ਸਕਦਾ, ਬਟ ਜਿਹੜਾ ਸਾਡਾ ਦੇਸ਼ ਦੀ ਗੁਲਾਮੀ ਹੈ ਇਹ ਵੇਟ ਨਹੀਂ ਕਰ ਸਕਦੀ। ਹਾਂ। ਔਰ ਉਹਨਾਂ ਨੂੰ ਲੱਗਾ ਕਿ ਅਸੀਂ ਬਜਾਏ ਇਸ ਦੇ ਕਿ ਸਮਾਜ ਸੁਧਾਰ ਵੇਟ ਕਰੀਏ, ਸਮਾਜ ਸੁਧਾਰ ਕਰੀਏ, ਉਸ ਤੋਂ ਬਾਅਦ ਆਜ਼ਾਦੀ ਲਈਏ, ਉਹ ਸਾਡੇ ਵਾਸਤੇ ਔਖਾ ਹੋ ਜਾਏਗਾ। ਔਰ ਉਹ ਇਸ ਚੀਜ਼ ਵੱਲ ਜਾਂਦੇ ਆ ਕਿ ਜੇ ਰਾਜਨੀਤਿਕ ਸਾਨੂੰ ਆਜ਼ਾਦੀ ਮਿਲ ਜਾਵੇ ਤੇ ਜਿਹੜਾ ਸਮਾਜ ਸੁਧਾਰ ਹੈ ਬੜੀ ਜਲਦੀ ਹੀ ਅਸੀਂ ਕਰ ਸਕਾਂਗੇ, ਕਿਉਂਕਿ ਚੀਜ਼ਾਂ ਸਾਡੇ ਹੱਥ ਵਿੱਚ ਆ ਜਾਣਗੀਆਂ। ਕਿਉਂਕਿ ਬਹੁਤ ਕੁਝ ਚੀਜ਼ ਸੀਗਾ ਜਿਹੜੀਆਂ ਔਕੜਾਂ ਉਹਨਾਂ ਨੂੰ ਆਉਂਦੀਆਂ ਸੀਗੀਆਂ, ਕਿਉਂਕਿ ਅੰਗਰੇਜ਼ੀ ਸਰਕਾਰ ਜਿਹੜੀ ਸੀਗੀ ਉਹ ਬੜੀਆਂ ਚੀਜ਼ਾਂ 'ਚ ਵਿਘਨ ਪਾਉਂਦੀ ਸੀ, ਔਰ ਹਰ ਤਬਕਾ ਜਿਹੜਾ ਭਾਰਤ ਦਾ ਜਿਹੜਾ ਸੀਗਾ ਉਹ ਉਸ ਟਾਈਮ ਤੇ ਅੰਗਰੇਜ਼ਾਂ ਤੋਂ ਪਰੇਸ਼ਾਨ ਸੀਗਾ। ਔਰ ਕੋਈ ਵੀ ਬਦਲਾਅ ਕਰਨਾ ਇਹਨਾਂ ਸੌਖਾ ਨਹੀਂ ਸੀਗਾ। ਔਰ ਉਹਨਾਂ ਨੇ ਫਿਰ ਉਹਨਾਂ ਦੇ ਜਿਹੜੇ ਲੀਡਰ ਬਣਨ ਦੀ ਜਿਹੜੀ ਸ਼ੁਰੂਆਤ ਹੈ ਉਹ ਵੀ ਇਸੇ ਚੀਜ਼ ਤੋਂ ਹੀ ਹੁੰਦੀ ਹੈ ਕਿ ਉਹ ਰਾਜਨੀਤੀ ਦੇ ਵਿੱਚ, ਕਿਉਂਕਿ ਉਹ ਆਪਣੇ ਆਪ ਨੂੰ ਜਿੰਨੀਆਂ ਵੀ ਜੇ ਦੇਖਿਆ ਜਾਵੇ ਲਾਲਾ ਲਾਜਪਤ ਰਾਏ ਦੀ ਜਿਹੜੀ ਖਾਸੀਅਤ ਹੈ ਉਹ ਆਪਣੇ ਆਪ ਨੂੰ ਦੁਨੀਆ ਦੀ ਜਿਹੜੀ ਕੋਈ ਵੀ ਜਾਣਕਾਰੀ ਹੈ ਉਹ ਉਹਦੇ ਨਾਲ ਅਵਗਤ ਰੱਖਦੇ ਸੀ। ਉਹ ਕਿਸ ਤਰ੍ਹਾਂ ਕਿ ਜਿੰਨੀਆਂ ਵੀ ਕਿਤਾਬਾਂ ਸੀਗੀਆਂ ਉਹ ਵਰਲਡ ਵਾਈਡ ਕੋਈ ਵੀ ਸਕਾਲਰ ਸੀਗੇ ਉਸ ਟਾਈਮ ਤੇ ਉਹਨਾਂ ਨੇ ਸਾਰੀਆਂ ਕਿਤਾਬਾਂ ਐਸ ਲਾਹੌਰ ਸਟੇ ਦੇ ਦੌਰਾਨ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ ਸੀਗੀਆਂ। ਔਰ ਲੀਡਰ ਬਣਨ ਦਾ ਜੇ ਉਹਨਾਂ ਦਾ ਰਾਜਨੀਤੀ 'ਚ ਆਉਣ ਦਾ ਜੇ ਦੇਖਿਆ ਜਾਵੇ ਤੇ ਉਹਨਾਂ ਦੇ ਜਿਹੜੇ ਰਾਜਨੀਤਿਕ ਗੁਰੂ ਸੀਗੇ ਉਹ ਮੈਜ਼ਨੀ ਸੀਗੇ, ਗੈਸੀਪੀ ਮੈਜ਼ਨੀ। ਉਹ ਇਟਲੀ ਦੇ ਜਿਹੜੇ ਫਰੀडम ਫਾਈਟਰ ਸੀਗੇ, ਔਰ ਇਟਲੀ ਦੇ ਫਰੀडम ਫਾਈਟਰ ਨਹੀਂ ਸੀਗੇ, ਉਹਨਾਂ ਨੇ ਪੂਰੇ ਸੰਸਾਰ ਨੂੰ ਸੇਧ ਦਿੱਤੀ ਸੀਗੀ। ਔਰ ਸਾਡੇ ਭਾਰਤੀ ਜਿਹੜੇ ਫਰੀडम ਫਾਈਟਰ ਸੀਗੇ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਪ੍ਰਭਾਵਿਤ ਸੀਗੇ ਉਹਨਾਂ ਦੇ ਜਿਹੜੇ ਰਾਜਨੀਤੀ ਦੀ ਸਟਰਗਲ ਤੋਂ, ਮੈਜ਼ਨੀ ਤੋਂ, ਔਰ ਲਾਲਾ ਲਾਜਪਤ ਰਾਏ ਵੀ ਉਹਨਾਂ ਚੋਂ ਇੱਕ ਸੀਗੇ। ਔਰ ਲਾਲਾ ਜੀ ਉਹਨਾਂ ਤੋਂ ਹੀ ਇਹ ਸਾਰੀਆਂ ਚੀਜ਼ਾਂ ਸਿੱਖਦੇ ਆ। ਔਰ ਲਾਲਾ ਜੀ ਉਹਨਾਂ ਤੋਂ ਪ੍ਰਭਾਵਿਤ ਕਿਉਂ ਹੁੰਦੇ ਆ? ਕਿਉਂਕਿ ਹੋਰ ਵੀ ਬੜੇ ਜਿਹੜੇ ਫਰੀडम ਫਾਈਟਰਸ ਯੂਰਪ ਦੇ ਸੀਗੇ ਤੇ ਇਹਨਾਂ ਨੂੰ ਵੀ ਕਿਉਂ ਪੋਲੀਟੀਕਲ ਆਪਣੇ ਗੁਰੂ ਮੰਨਦੇ ਆ? ਉਹਦਾ ਕਾਰਨ ਇਹ ਸੀਗਾ ਕਿ ਇਟਲੀ ਤੇ ਭਾਰਤ ਦੀਆਂ ਜਿਹੜੀਆਂ ਸਥਿਤੀਆਂ ਸੀਗੀਆਂ ਉਹਨਾਂ ਦੇ ਵਿੱਚ ਸਮਾਨਤਾ ਸੀਗੀ। ਸਮਾਨਤਾ, ਹਾਂ, ਸਮਾਨਤਾ ਕਿਸ ਤਰ੍ਹਾਂ ਸੀਗੀ ਕਿ ਭਾਰਤ ਨਾਲੋਂ ਵੀ ਜ਼ਿਆਦਾ ਜਿਹੜੀ ਸਥਿਤੀ ਖਰਾਬ ਜਿਹੜੀ ਸੀ ਉਹ ਇਟਲੀ ਦੀ ਸੀਗੀ। ਕਿ ਭਾਰਤ ਨੂੰ ਤੇ ਫਿਰ ਵੀ ਇੱਕ ਯੂਨਾਈਟ ਕਰ ਦਿੱਤਾ ਸੀ ਬ੍ਰਿਟਿਸ਼ ਨੇ, ਔਰ ਬ੍ਰਿਟਿਸ਼ ਇੱਕ ਸਰਕਾਰ ਸੀਗੀ ਜਿਹਦੇ ਨਾਲ ਅਸੀਂ ਲੜਨਾ ਸੀ ਤੇ ਉਹਨਾਂ ਨੂੰ ਇੱਥੋਂ ਬਾਹਰ ਕੱਢਣਾ ਸੀ। ਬਟ ਇਟਲੀ ਵਾਸਤੇ ਇੰਨਾ ਸੌਖਾ ਕੰਮ ਨਹੀਂ ਸੀਗਾ, ਕਿਉਂਕਿ ਉਹਨਾਂ ਤੇ ਅਲੱਗ-ਅਲੱਗ ਹਕੂਮਤਾਂ ਉਹਨਾਂ ਦੇ ਵੱਖਰੇ ਵੱਖਰੇ ਏਰੀਆ ਰੂਲ ਕਰ ਰਹੀਆਂ ਸੀਗੀਆਂ। ਔਰ ਦੂਸਰੀ ਚੀਜ਼ ਇਹ ਸੀ ਕਿ ਪੂਰੇ ਇਟਲੀ ਦੇ ਵਿੱਚ ਕਿਤੇ ਵੀ ਲੋਕਾਂ ਨੂੰ ਪਤਾ ਹੀ ਨਹੀਂ ਸੀਗਾ ਕਿ ਇਟਲੀ ਦੇਸ਼ ਵੀ ਸਾਡਾ ਹੋ ਸਕਦਾ। ਔਰ ਉਹੋ ਜਿਹੇ ਹਾਲਾਤਾਂ 'ਚ ਉਹਨਾਂ ਨੇ ਸਿੱਖਿਆ ਮੈਜ਼ਨੀ ਕੋਲੋਂ ਕਿ ਉਹਨੇ ਸਾਰੀ ਉਮਰ ਉਸ ਦੇਸ਼ ਦੇ ਨਾਇਕ ਨੇ ਸਾਰੀ ਉਮਰ ਔਖੇ ਹਾਲਾਤਾਂ 'ਚ ਨਿਕਲ ਕੇ ਔਰ ਦੇਸ਼ ਨਿਕਾਲਾ ਜਾਂ ਮੌਤ ਦੀ ਸਜ਼ਾ ਦਾ ਵੀ ਆਰਡਰ ਜਿਹੜੀਆਂ ਸਰਕਾਰਾਂ ਦੇ ਦਿੰਦੀਆਂ ਸੀਗੀਆਂ ਉੱਥੋਂ ਵੀ ਬਚਾ ਕੇ ਸਾਰੀ ਉਮਰ ਉਹਨੇ ਆਪਣਾ ਮਤਲਬ ਆਜ਼ਾਦ ਕਰਵਾਇਆ ਆਪਣੇ ਦੇਸ਼ ਨੂੰ। ਉਹ ਇੱਕ ਬੜੀ ਵੱਡੀ ਇਨਸਪੀਰੇਸ਼ਨ ਸੀਗੀ ਲਾਲਾ ਲਾਜਪਤ ਰਾਏ ਜੀ ਵਾਸਤੇ। ਜੀ, ਅੱਜ ਅਸੀਂ ਗੱਲ ਕਰ ਰਹੇ ਹਾਂ ਲਾਲਾ ਲਾਜਪਤ ਰਾਏ ਜੀ ਦੇ ਬਾਰੇ, ਕਿਉਂਕਿ ਅੱਜ ਅਸੀਂ ਮਨਾ ਰਹੇ ਹਾਂ ਉਹਨਾਂ ਦਾ ਜਨਮ ਦਿਹਾੜਾ। ਔਰ ਜਦੋਂ ਦੇਸ਼ ਭਗਤੀ ਦੀ ਗੱਲ ਕਰਦੇ ਹਾਂ ਤਾਂ ਦੇਸ਼ ਭਗਤੀ ਦਾ ਇੱਕ ਗੀਤ ਜਿਹੜਾ ਹੈ ਉਹ ਅਸੀਂ ਆਪਣੇ ਦਰਸ਼ਕਾਂ ਨੂੰ ਤੇ ਤੁਹਾਨੂੰ ਸੁਣਾ ਰਹੇ ਹਾਂ। Mama
देश मेरे तू आबाद रहना, देश मेरे तू आबाद रहना, देश मेरे तू आबाद रहना। देश मेरा स्वदेश मेरा कई रंगों सा है अक्स तेरा। महकी फिजाएं देती सदाएं, महकी फिजाएं देती सदाएं, इस धरती को स्वर्ग बनाए, इस धरती को स्वर्ग बनाए। भेदभाव सब मिलकर छोड़े, भूल जाए सब तेरा मेरा। गुना करता त्रिगुण गुना करता करता त्रिगुण धा त्रिगुण धा तेरे गत गति गन धा। भूल जाए सब तेरा मेरा, भूल जाए सब तेरा मेरा। तेरा हा 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 हा, तेरा हा 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 हा। देश मेरा स्वदेश मेरा। सा नि सा धा नि सा नि धा नि धा धा। ग ग म रे नि सा नि सा नि सा नि सा नि सा नि। सा नि सा धा नि सा नि धा नि धा धा। ग ग म रे नि सा नि सा नि सा नि सा नि सा। सा रे ग म प ध नि सा रे ग रे सा नि धा। नि धा नि प ध म प ग रे ग सा रे नि सा प ध नि सा रे ग रे सा रे नि सा नि धा प ध म प म ग रे सा नि सा धी ता ना 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 ता ना 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 धीम ता ना 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 ता ना 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 धीम ता ना 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 ता ना तेरे नो। सारे जहां से अच्छा हिंदोस्तां हमारा, हम बुलबुलें हैं इसके, ये दिलसितां हमारा। सारे जहां से अच्छा, सारे जहां से अच्छा हिंदोस्तां हमारा, हिंदोस्तां हमारा। हम बुलबुलें हैं इसके, हम बुलबुलें हैं इसके, ये गुलसितां हमारा, 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 हमारा। देश मेरा स्वदेश मेरा कई रंगों सा है अक्स तेरा। देश मेरे स्वदेश मेरे तू मेरी जान मेरी तू, तू ही मेरी गीता है और तू ही है मेरी खुदा। हिंदू मुस्लिम सिख ईसाई इस भेदभाव को छोड़ते हैं, आओ हम सब मिलकर भारत देश को जोड़ते हैं। ਦੇਸ਼ ਦੀ ਰਾਖੀ ਲਈ ਔਰ ਦੇਸ਼ ਨੂੰ ਪਿਆਰ ਕਰਦਿਆਂ ਹੋਇਆਂ ਜਿਹੜੇ ਪੁੱਤ ਆਪਣੇ ਕੌਮ ਤੋਂ ਸ਼ਹੀਦੀਆਂ ਪਾ ਜਾਂਦੇ ਨੇ ਫਿਰ ਮਹਾਨ ਪੁੱਤ ਕਹਿਲਾਉਂਦੇ ਨੇ ਭਾਰਤ ਮਾਤਾ ਦੇ। ਅੱਜ ਅਸੀਂ ਯਾਦ ਕਰ ਰਹੇ ਹਾਂ ਲਾਲਾ ਲਾਜਪਤ ਰਾਏ ਜੀ ਨੂੰ ਕਿਉਂਕਿ ਅੱਜ ਉਹਨਾਂ ਦਾ ਜਨਮ ਦਿਹਾੜਾ ਹੈ ਔਰ ਇਸ ਬਾਬਤ ਅਸੀਂ ਗੱਲਬਾਤ ਕਰ ਰਹੇ ਹਾਂ। ਸਾਡੇ ਕੋਲ ਮਾਹਰ ਮਹਿਮਾਨ ਵੀ ਨੇ ਅਸਿਸਟੈਂਟ ਪ੍ਰੋਫੈਸਰ ਰਾਜਕੁਮਾਰ ਜੀ। ਔਰ ਜਦੋਂ ਅਸੀਂ ਲਾਲਾ ਜੀ ਦੀ ਗੱਲ ਕਰਦੇ ਹਾਂ ਵੱਖ-ਵੱਖ ਅੰਦੋਲਨਾਂ ਦੇ ਵਿੱਚ ਉਹਨਾਂ ਨੇ ਬਹੁਤ ਵੱਡੀ ਭੂਮਿਕਾ ਨਿਭਾਈ ਆਪਣੀ ਔਰ ਐਡਾ ਵੱਡਾ ਯੋਗਦਾਨ ਪਾਇਆ ਕਿ ਜਿਹੜੀਆਂ ਸਾਨੂੰ ਕਹਿੰਦੇ ਨਾ ਕਿ ਜੰਜੀਰਾਂ ਨੇ ਝੰਜੋੜ ਕੇ ਰੱਖ ਦਿੱਤਾ ਸੀ, ਉਹਨਾਂ ਜੰਜੀਰਾਂ ਨੂੰ ਅਸੀਂ ਤੋੜ ਕੱਢਿਆ ਔਰ ਭਾਰਤ ਮਾਤਾ ਦੇ ਸੱਚੇ ਸਪੂਤ ਹੋਣ ਦਾ ਆਪਣਾ ਦੱਸ ਦਿੱਤਾ ਹੈ ਕਿ ਅਸੀਂ ਭਾਰਤ ਮਾਤਾ ਨੂੰ ਕਿੰਨਾ ਪਿਆਰ ਕਰਦੇ ਹਾਂ। ਵੱਖ-ਵੱਖ ਅੰਦੋਲਨਾਂ ਦੀ ਗੱਲ ਕਰ ਲਈਏ, ਉਸ ਦੇ ਵਿੱਚ ਕਿਸਾਨ ਅੰਦੋਲਨ ਆਉਂਦਾ ਹੈ 1907 ਦਾ ਔਰ ਅਸੀਂ ਗੱਲ ਕਰਦੇ ਹਾਂ ਅਕਾਲ ਪੀੜਤ ਸਹਾਇਤਾ ਦੇ ਲਈ ਉਹਨਾਂ ਦਾ ਯੋਗਦਾਨ। ਉਸ ਅੰਦੋਲਨ ਦੇ ਵਿੱਚ ਵੀ ਉਹਨਾਂ ਨੇ ਹਿੱਸਾ ਲਿਆ ਔਰ ਜਦੋਂ ਸਵਦੇਸ਼ੀਆਂ ਦੀ ਅਸੀਂ ਵਸਤਾਂ ਦੀ ਗੱਲ ਕਰਦੇ ਹਾਂ ਬਾਈਕਾਟ ਦਾ ਜਿਹੜਾ ਅੰਦੋਲਨ, ਉਸ ਦੇ ਵਿੱਚ ਵੀ ਉਹਨਾਂ ਨੇ ਆਪਣੀ ਬਹੁਤ ਵੱਡੀ ਅਹਿਮ ਰੋਲ ਜਿਹੜਾ ਹੈਗਾ ਅਦਾ ਕੀਤਾ।
ਕੀ ਕਹਿਣਾ ਚਾਹੁੰਦੇ ਹੋ ਉਹਨਾਂ ਬਾਰੇ? ਕਿ ਜੀ ਲਾਲਾ ਲਾਜਪਤ ਰਾਏ ਅਕਾਲ ਪੀੜਿਤ ਵਾਸਤੇ ਜਿਹੜੀ ਉਹਨਾਂ ਦਾ ਰਿਲੀਫ ਮੂਵਮੈਂਟ ਜਿਹੜੀ ਉਹ ਸ਼ੁਰੂ ਕਰਦੇ, ਉਹਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਕਿਉਂਕਿ ਅਕਾਲ ਬੜੇ ਫ੍ਰੀਕੁਐਂਟ ਪੈਂਦੇ ਸੀਗੇ ਭਾਰਤ ਦੇ ਵਿੱਚ, ਆਉਂਦੇ ਸੀਗੇ, ਕੁਦਰਤੀ ਕਾਰਨ ਤੇ ਸੀਗੇ, ਬਟ ਇਸ ਟਾਈਮ ਤੇ ਜ਼ਿਆਦਾ ਅਕਾਲ ਪੈਣੇ 1896-97 ਦੇ ਵਿੱਚ ਜਾਂ ਬਾਅਦ ਚੋਂ 99 ਦੇ ਵਿੱਚ ਜਿਹੜੇ ਅਕਾਲ ਆਏ, ਉਹਦੇ ਵਿੱਚ ਅੰਗਰੇਜ਼ਾਂ ਦਾ ਜਾਂ ਅੰਗਰੇਜ਼ੀ ਸਰਕਾਰ ਦਾ ਵੱਡਾ ਰੋਲ ਸੀ। ਕਿਉਂਕਿ ਇੱਥੋਂ ਜਿਹੜਾ ਜਿੰਨਾ ਵੀ ਰਾਸ਼ਨ ਸੀਗਾ, ਗ੍ਰੇਨਸ ਸੀਗੇ, ਉਹ ਸਾਰੇ ਐਕਸਪੋਰਟ ਹੋ ਕੇ ਬਾਹਰ ਚਲੇ ਜਾਂਦੇ ਸੀਗੇ। ਔਰ ਦੂਸਰੀ ਚੀਜ਼ ਇਹ ਸੀ ਕਿ ਜਦੋਂ ਇਹ ਚੀਜ਼ ਹੁੰਦੀ ਸੀਗੀ ਤੇ ਭਾਰਤ ਦੇ ਵਿੱਚ ਅਕਾਲ ਪੈਣਾ ਲਾਜ਼ਮੀ ਸੀਗਾ। ਔਰ ਇਸ ਅਕਾਲ ਦੇ ਕਾਰਨ ਜਿਹੜੇ ਇਹ ਡਬਲ ਫਾਇਦਾ ਜਿਹੜਾ ਅੰਗਰੇਜ਼ ਲੈਂਦੇ ਸੀਗੇ ਕਿ ਇੱਕ ਪਾਸੇ ਤੇ ਸਾਨੂੰ ਭੁੱਖਮਰੀ 'ਚ ਜਿਹੜਾ ਉਹ ਛੱਡਦੇ ਸੀਗੇ, ਦੂਸਰਾ ਜਦੋਂ ਭੁੱਖਮਰੀ ਦੇ ਵਿੱਚ ਅਨਾਥ ਬੱਚੇ ਬਚ ਜਾਂਦੇ ਸੀਗੇ ਉਹਨਾਂ ਨੂੰ ਕਨਵਰਟ ਕਰਕੇ ਉਹ ਕ੍ਰਿਸਚੀਅਨਿਟੀ 'ਚ ਲੈ ਜਾਂਦੇ ਸੀਗੇ। ਔਰ ਲਾਲਾ ਲਾਜਪਤ ਰਾਏ ਮੋਢੀ ਸੀਗੇ ਜਿਨ੍ਹਾਂ ਨੇ ਇੱਕ ਆਰਗੇਨਾਈਜ਼ਡ ਤੌਰ ਤੇ ਇਹ ਜਿਹੜੀ ਮੂਵਮੈਂਟ ਸ਼ੁਰੂ ਕੀਤੀ ਔਰ ਉਹਨਾਂ ਦਾ ਬੜਾ ਨਾਂ ਹੈ ਇਸ ਚੀਜ਼ ਦੇ ਵਿੱਚ। ਔਰ 1908 ਦੇ ਵਿੱਚ ਵੀ ਸਿਮਿਲਰਲੀ ਉਹਨਾਂ ਨੇ ਇਹ ਕੀਤਾ। 1905 ਦੇ ਵਿੱਚ ਕਾਂਗੜਾ ਦਾ ਜਿਹੜਾ ਅਰਥਕੁਏਕ ਆਇਆ ਜਿਹੜਾ ਪੰਜਾਬ ਦੇ ਵਿੱਚ, ਜਿਹੜਾ ਉਹਦਾ ਕਾਫੀ ਅਸਰ ਸੀਗਾ, ਉੱਥੇ ਜਾ ਕੇ ਉਹਨਾਂ ਨੇ ਬੜਾ ਕੰਮ ਕੀਤਾ। ਔਰ ਤੁਸੀਂ ਗੱਲ ਕੀਤੀ ਸਵਦੇਸ਼ੀ ਦੀ, ਸਵਦੇਸ਼ੀ ਬਾਈਕਾਟ ਜਿਹੜੀ ਹੈ ਇਹ ਬੜਾ ਹੀ ਜ਼ਬਰਦਸਤ ਇੱਕ ਰਾਜਨੀਤਿਕ ਹਥਿਆਰ ਬਣਿਆ 1905 ਦੇ ਵਿੱਚ ਜਦੋਂ ਬੰਗਾਲ ਦੀ ਪਾਰਟੀਸ਼ਨ ਹੁੰਦੀ ਹੈ। ਅੰਗਰੇਜ਼ੀ ਸਰਕਾਰ ਜਾਣਬੁੱਝ ਕੇ ਜਿਹੜੀ ਭਾਰਤ ਦੀ ਜਿਹੜੀ ਸੁਤੰਤਰਤਾ ਸੰਗਰਾਮ ਨੂੰ ਉਹ ਸੱਟ ਮਾਰਨਾ ਚਾਹੁੰਦੀ ਹੈ, ਉਹਦੇ ਖਿਲਾਫ ਬੰਗਾਲ ਦੇ ਵਿੱਚ ਤੇ ਰੋਸ ਹੋਇਆ, ਬਟ ਪੂਰੇ ਭਾਰਤ ਦੇ ਵਿੱਚ ਜਿਹੜਾ ਰੋਸ ਸੀਗਾ ਉਹਨੂੰ ਲੈ ਕੇ ਜਾਣ ਵਾਲੇ ਕੁਝ ਨੇਤਾਵਾਂ ਦੇ ਵਿੱਚੋਂ ਲਾਲਾ ਲਾਜਪਤ ਰਾਏ ਜਿਹੜੇ ਉਹ ਮੁੱਖ ਸੀਗੀ। ਲਾਲਾ ਲਾਜਪਤ ਰਾਏ ਦੇ ਸਾਥੀ ਬਾਲ ਗੰਗਾਧਰ ਤਿਲਕ, ਬਿਪਨ ਚੰਦਰ ਪਾਲ, ਜਿਹੜੇ ਕਿ ਇਸ ਗਰਮ ਦਲ ਤੋਂ ਜਿਹੜੇ ਉਹ ਐਕਸਟ੍ਰੀਮਿਸਟ ਵਿੰਗ ਨਾਲ ਸੰਬੰਧ ਰੱਖਦੇ ਸੀ, ਉਹਨਾਂ ਦੇ ਨਾਲ ਉਹਨਾਂ ਨੇ ਬੜਾ ਵੱਡਾ ਯੋਗਦਾਨ ਪਾਇਆ। ਔਰ ਇੰਡੀਅਨ ਨੈਸ਼ਨਲ ਕਾਂਗਰਸ ਦੇ ਵਿੱਚ ਵੀ ਇਹਨਾਂ ਦਾ ਜਿਹੜਾ ਇਸ ਟਾਈਮ ਤੇ ਸੀਗਾ, ਜਿਹੜੀ ਪਹਿਲੀ ਲੀਡਰਸ਼ਿਪ ਨੂੰ ਰਿਪਲੇਸ ਕਰਕੇ ਅੱਗੇ ਆ ਰਹੇ ਸੀ, ਉਹ ਸਵਦੇਸ਼ੀ ਤੇ ਬਾਈਕਾਟ ਹੀ ਸੀਗੀ। ਔਰ ਇਹਨਾਂ ਨੇ ਸਵਦੇਸ਼ੀ ਤੇ ਬਾਈਕਾਟ ਦਾ ਜਿਹੜਾ ਨਾਰਾ ਦਿੱਤਾ, ਜਿਹੜੀ ਗੱਲ ਕੀਤੀ, ਔਰ ਇਹ ਕਹਿੰਦੇ ਸੀ ਕਿ ਬੰਗਾਲ ਤੱਕ ਹੀ ਨਹੀਂ ਜਿੱਥੇ ਵੰਡ ਕੀਤੀ ਅੰਗਰੇਜ਼ਾਂ ਨੇ, ਇਹ ਪੂਰੇ ਭਾਰਤ ਦੇ ਵਿੱਚ ਸਵਦੇਸ਼ੀ ਤੇ ਬਾਈਕਾਟ ਲੱਗਣੀ ਚਾਹੀਦੀ ਆ। ਔਰ ਇਹ ਸਾਡਾ ਇੱਕ ਇਹੋ ਜਿਹਾ ਹਥਿਆਰ ਹੈ ਕਿ ਸਾਨੂੰ ਅੰਗਰੇਜ਼ਾਂ ਨੂੰ ਇੱਕ ਕਾਨੂੰਨੀ ਅਧਿਕਾਰ ਹੈ, ਸਾਡਾ ਸੰਵਿਧਾਨਿਕ ਜਿਹੜਾ ਅਧਿਕਾਰ ਹੈ ਕਿ ਅਸੀਂ ਆਪਣੀਆਂ ਚੀਜ਼ਾਂ, ਆਪਣੇ ਦੇਸ਼ ਵਿੱਚ ਬਣੀਆਂ ਚੀਜ਼ਾਂ ਜਿਹੜੀਆਂ ਵਰਤੀਏ। ਔਰ ਅੰਗਰੇਜ਼ਾਂ ਨੂੰ ਉਸ ਟਾਈਮ ਤੇ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਜਦੋਂ ਸਵਦੇਸ਼ੀ ਤੇ ਬਾਈਕਾਟ, ਕਿਉਂਕਿ ਸਵਦੇਸ਼ੀ ਦੇ ਵਿੱਚ ਅਸੀਂ ਡਬਲ ਨੁਕਸਾਨ ਉਹਨਾਂ ਦਾ ਇਸ ਤਰ੍ਹਾਂ ਕਰਦੇ ਸੀ ਕਿ ਆਪਣੀਆਂ ਚੀਜ਼ਾਂ ਨੂੰ ਪ੍ਰਮੋਟ ਕਰਨਾ ਔਰ ਉਹਨਾਂ ਦੀ ਚੀਜ਼ਾਂ ਦਾ ਬਾਈਕਾਟ ਕਰਨਾ। ਔਰ ਇਹ ਪੂਰੇ ਭਾਰਤ ਦੇ ਵਿੱਚ ਲਾਲਾ ਲਾਜਪਤ ਰਾਏ, ਖਾਸ ਕਰਕੇ ਪੰਜਾਬ ਦੇ ਵਿੱਚ ਉਹਨਾਂ ਦਾ ਇੰਨਾ ਵੱਡਾ ਰੋਲ ਸੀਗਾ ਕਿ ਪੰਜਾਬ ਨੂੰ ਉਹਨਾਂ ਨੇ ਇੱਕ ਨਵੀਂ ਦਿਸ਼ਾ ਦਿੱਤੀ ਆਜ਼ਾਦੀ ਦੇ ਸੰਘਰਸ਼ ਦੇ ਵਿੱਚ, ਕਿ ਸਾਰੇ ਲੋਕ ਜਿਹੜੇ ਚਾਹੇ ਕਿ ਉਹਨਾਂ ਨੇ ਇਸ ਤੋਂ ਪਹਿਲੇ ਹੀ ਜਿਹੜਾ ਸਵਦੇਸ਼ੀ ਦਾ ਜਿਹੜਾ ਸਾਰਾ ਸਿਸਟਮ ਸੀਗਾ ਸਵਾਮੀ ਦਇਆਨੰਦ ਦੇ ਆਰਿਆ ਸਮਾਜ ਤੋਂ ਲੈ ਲਿਆ ਸੀਗਾ, ਔਰ ਉਹਨਾਂ ਦਾ ਜੇ ਯੋਗਦਾਨ ਦੇਖਿਆ ਜਾਵੇ ਤੇ ਉਹ ਕਹਿੰਦੇ ਸੀਗੇ ਕਿ ਭਾਰਤ ਦੇ ਕੋਲ ਸਾਰਾ ਕੁਝ ਹੈ, ਭਾਰਤ ਦੇ ਲੋਕਾਂ ਕੋਲ ਪੈਸਾ ਵੀ ਹੈ, ਪਰ ਉਹ ਪੈਸਾ ਜਿਹੜਾ ਉਹ ਅਸੀਂ ਵਿਦੇਸ਼ੀ ਬੈਂਕਾਂ ਦੇ ਵਿੱਚ, ਅੰਗਰੇਜ਼ਾਂ ਦੇ ਬੈਂਕਾਂ ਦੇ ਵਿੱਚ ਜਮ੍ਹਾਂ ਕਰਵਾਉਂਦੇ ਆ, ਔਰ ਸਾਨੂੰ ਕਿਸ ਚੀਜ਼ ਦੀ ਲੋੜ ਹੈ। ਇਸੇ ਚੀਜ਼ ਨੂੰ ਲੈ ਕੇ ਉਹਨਾਂ ਨੇ ਜੇ ਦੇਖਿਆ ਜਾਵੇ ਤੇ 1895 ਦੇ ਵਿੱਚ ਪੰਜਾਬ ਨੈਸ਼ਨਲ ਬੈਂਕ ਖੋਲਿਆ, ਉਹ ਇੱਕ ਸਵਦੇਸ਼ੀ ਦੀ ਬੜੀ ਵੱਡੀ ਉਦਾਹਰਣ ਹੈ। ਔਰ ਪੰਜਾਬ ਨੈਸ਼ਨਲ ਬੈਂਕ ਅਸੀਂ ਅੱਜ ਦੇਖ ਲਈਏ ਤੇ ਪਬਲਿਕ ਸੈਕਟਰ ਦਾ ਭਾਰਤ ਦੇ ਵਿੱਚ ਦੂਸਰਾ, ਜਿਹਦੀਆਂ ਮਤਲਬ 1000 ਤੋਂ ਵੱਧ ਬ੍ਰਾਂਚਾਂ ਜਿਹੜੀਆਂ ਆ ਪੂਰੇ ਭਾਰਤ ਦੇ ਵਿੱਚ ਹੋਣਗੀਆਂ, ਇਹ ਉਹਨਾਂ ਦੀ ਹੀ ਸ਼ੁਰੂਆਤ ਸੀਗੀ। ਔਰ ਉਹਨਾਂ ਨੇ ਇਹ ਬੈਂਕ ਖੋਲਿਆ, ਉਹਦੇ ਵਿੱਚ ਭਾਰਤੀਆਂ ਦੇ ਪੈਸੇ ਜਿਹੜੇ ਜਮ੍ਹਾਂ ਹੋਏ, ਲਾਹੌਰ 'ਚ ਉਹਨਾਂ ਦੀ ਪਹਿਲੀ ਬ੍ਰਾਂਚ ਜਿਹੜੀ ਇਸ ਬੈਂਕ ਦੀ ਖੁੱਲੀ, ਔਰ ਲੋਕਾਂ ਨੇ ਪੈਸੇ ਜਮ੍ਹਾਂ ਕਰਾਣੇ ਸ਼ੁਰੂ ਕੀਤੇ ਇਹਦੇ ਵਿੱਚ। ਔਰ ਉਹ ਪੈਸਾ ਕਿੱਥੇ ਖਰਚ ਕੀਤਾ ਗਿਆ? ਉਹ ਪੈਸਾ ਆਪਣੇ ਭਾਰਤੀ ਉਦਯੋਗਪਤੀਆਂ ਨੂੰ ਦਿੱਤਾ ਗਿਆ ਕਿ ਤੁਸੀਂ ਉਦਯੋਗ ਕਰੋ ਔਰ ਤੁਹਾਨੂੰ ਜਿਹੜੇ ਲੋਨ ਹੈ ਉਹ ਦਿੱਤੇ ਜਾਣਗੇ। ਔਰ ਇਸ ਤਰ੍ਹਾਂ ਇਸ ਵੇਲੇ ਬੜਾ ਹੀ ਵੱਡਾ ਹੁੰਗਾਰਾ ਜਿਹੜਾ ਸਵਦੇਸ਼ੀ ਨੂੰ ਲਾਲਾ ਲਾਜਪਤ ਰਾਏ ਜੀ ਕਰਕੇ ਮਿਲਦਾ, ਜੋ ਉਹ ਬੜਾ ਵੱਡਾ ਖਤਰਾ ਬਣ ਜਾਂਦੇ ਅੰਗਰੇਜ਼ੀ ਸਰਕਾਰ ਵਾਸਤੇ ਇਸ ਚੀਜ਼ ਨੂੰ ਲੈ ਕੇ। ਪੰਜਾਬ ਦੇ ਵਿੱਚ ਜਾਂ ਉੱਤਰੀ ਭਾਰਤ ਦੇ ਵਿੱਚ ਉਹਨਾਂ ਦੀ ਜਿਹੜੀ ਇੰਨੀ ਪਕੜ ਹੈ, ਔਰ ਇਸ ਚੀਜ਼ ਦਾ ਜਿਹੜਾ ਨੁਕਸਾਨ ਜਿਹੜਾ ਲਾਲਾ ਲਾਜਪਤ ਰਾਏ ਜੀ ਨੂੰ ਕਰਨ ਦੀ ਕੋਸ਼ਿਸ਼ ਕਰਦੇ ਆ ਜਿਹੜੇ ਅੰਗਰੇਜ਼ ਜਾਂ ਅੰਗਰੇਜ਼ੀ ਸਰਕਾਰ, ਉਹ ਜਦੋਂ 1907 ਵਿੱਚ ਜਦੋਂ ਪੰਜਾਬ ਦੇ ਵਿੱਚ ਕਿਸਾਨੀ ਅੰਦੋਲਨ ਸ਼ੁਰੂ ਹੁੰਦਾ ਔਰ ਕਿਸਾਨੀ ਅੰਦੋਲਨ ਜਿਹੜਾ ਹੈ ਉਹਦੇ ਸ਼ੁਰੂ ਹੋਣ ਦੇ ਜਿਹੜੇ ਕਾਰਨ ਹੈ ਉਹ ਬਹੁਤ ਜ਼ਿਆਦਾ ਹੈ। ਔਰ ਅੰਗਰੇਜ਼ੀ ਸਰਕਾਰ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ ਉਸ ਚੀਜ਼ ਨੂੰ ਲੈ ਕੇ, ਕਿਉਂਕਿ ਅੰਗਰੇਜ਼ੀ ਸਰਕਾਰ ਦੀਆਂ ਨੀਤੀਆਂ ਪੰਜਾਬ ਦੇ ਵਿੱਚ 1849 ਦੇ ਵਿੱਚ ਪੰਜਾਬ ਜਿੱਤਿਆ ਸੀ ਉਹਨਾਂ ਨੇ, ਪੰਜਾਬ ਦੇ ਵਿੱਚ ਕਾਫੀ ਉਹਨਾਂ ਨੇ ਨਹਿਰਾਂ ਬਣਵਾਈਆਂ ਜਾਂ ਐਗਰੀਕਲਚਰ ਨੂੰ ਪ੍ਰਮੋਟ ਕੀਤਾ, ਨਵੇਂ ਬੀਜ ਲਿਆਂਦੇ, ਇਹ ਸਾਰੀਆਂ ਚੀਜ਼ਾਂ ਉਹ ਕਰਦੇ ਸੀਗੇ। ਪਰ ਕਿਸ ਲਈ? ਕਿ ਜਿੰਨਾ ਇੱਥੋਂ ਰੈਵਨਿਊ ਜਨਰੇਟ ਹੋਏਗਾ, ਜਿੰਨਾ ਭੂਮੀਕਾਰ ਆਏਗਾ, ਉਨੀ ਇਨਕਮ ਸਰਕਾਰ ਦੀ ਵਧੇਗੀ। ਔਰ ਜਦੋਂ ਉਹਨਾਂ ਨੇ ਇਹ ਕੰਮ ਕੀਤਾ, ਨਵੀਆਂ ਜਗ੍ਹਾ ਤੇ ਨਹਿਰਾਂ ਵਸਾਈਆਂ, ਉੱਥੇ ਕਲੋਨੀਆਂ ਵਸਾਈਆਂ, ਔਰ ਕਲੋਨੀਆਂ ਵਸਾ ਕੇ ਉਹਨਾਂ ਨੇ ਜਿਹੜੇ ਪੈਜ਼ੈਂਟ ਸੀਗੇ, ਜਿਹੜੇ ਕਿਸਾਨ ਸੀਗੇ, ਉਹਨਾਂ ਨੂੰ ਉੱਥੇ ਸ਼ਿਫਟ ਕੀਤਾ ਕਿ ਤੁਸੀਂ ਜਾਓ ਤੇ ਤੁਸੀਂ ਮਾਲਕ ਬਣ ਜਾਓਗੇ ਇਸ ਜ਼ਮੀਨ ਦੇ,
ਤੇ ਜਦੋਂ ਉਹਨਾਂ ਨੇ ਜ਼ਮੀਨ ਵਾਹਤੀ ਐਗਰੀਕਲਚਰ ਦੇ ਵਿੱਚ ਲੈਂਡ ਰੈਵਨਿਊ ਸਰਕਾਰ ਨੂੰ ਜਾਣਾ ਸ਼ੁਰੂ ਹੋ ਗਿਆ ਔਰ ਕੁਝ ਸਾਲਾਂ ਬਾਅਦ ਸਰਕਾਰ ਨੇ ਆਪਣੇ ਰੰਗ ਬਦਲਨੇ ਸ਼ੁਰੂ ਕਰ ਦਿੱਤੇ ਔਰ ਸਰਕਾਰ ਨੇ ਉਸ ਚੀਜ਼ ਦੀ ਜਿਹੜੀ ਮਾਲਕੀ ਸੀਗੀ ਉਹ ਦੇਣ ਤੋਂ ਮਨਾ ਕਰ ਦਿੱਤਾ ਕਿਸਾਨਾਂ ਨੂੰ। ਔਰ ਜਦੋਂ ਕੋਈ ਕਿਸੇ ਕਿਸਾਨ ਦੀ ਜਾਂ ਡੈਥ ਹੋ ਜਾਂਦੀ ਸੀ ਤੇ ਉਹਦੀ ਜਿਹੜੀ ਮਲਕੀਅਤ ਸੀਗੀ ਉਹਦੇ ਪਰਿਵਾਰ ਦੇ ਨਾਂ ਤੇ ਨਹੀਂ ਹੁੰਦੀ ਸੀ, ਜਾਂ ਇਸ ਟਾਈਮ ਤੇ ਜਿਹੜੇ ਲੈਂਡ ਰੈਵਨਿਊ ਦੇ ਰੇਟਸ ਜਿਹੜੇ ਸੀਗੇ ਉਹ ਵਧਾ ਦਿੱਤੇ ਗਏ ਔਰ ਇਰੀਗੇਸ਼ਨ ਟੈਕਸ ਜਿਹੜੇ ਲਗਾ ਦਿੱਤੇ ਗਏ। ਮਤਲਬ ਕਿਤੇ ਨਾ ਕਿਤੇ ਬਹੁਤ ਹੀ ਜਿਹੜੀਆਂ ਹੈਗੀਆਂ ਨੇ ਉਹ ਪ੍ਰਭਾਵ ਪਾਏ ਗਏ ਜਿਹੜੇ ਕਿ ਆਪਾਂ ਕਹਿ ਦਈਏ ਨੈਗੇਟਿਵ ਪ੍ਰਭਾਵ ਸੀਗੇ ਬਹੁਤ ਜ਼ਿਆਦਾ, ਤੇ ਜਿਨ੍ਹਾਂ ਦੇ ਹੱਕਾਂ ਦੇ ਲਈ ਲਾਲਾ ਜੀ ਖੜੇ। ਔਰ ਜਦੋਂ ਅਸੀਂ ਗੱਲ ਕਰਦੇ ਨਾ ਨਾਮ ਮਿਲਵਰਤਨ ਲਹਿਰ ਜਿਹੜੀ ਚੱਲੀ ਹੈਗੀ 1920 ਤੇ 21 ਦੀ, ਉਹਦੇ ਵਿੱਚ ਲਾਲਾ ਜੀ ਦਾ ਕੀ ਯੋਗਦਾਨ ਸੀ? ਨਾਮ ਮਿਲਵਰਤਨ ਲਹਿਰ ਜਿਹੜੀ ਹੈ ਉਹ ਮਹਾਤਮਾ ਗਾਂਧੀ ਜੀ ਨੇ ਸ਼ੁਰੂ ਕੀਤੀ ਸੀਗੀ ਔਰ ਮਹਾਤਮਾ ਗਾਂਧੀ ਜੀ ਦੀ ਨਾਮ ਮਿਲਵਰਤਨ ਲਹਿਰ ਜਿਹੜੀ ਸੀਗੀ ਉਹਦੇ ਵਿੱਚ ਲਾਲਾ ਜੀ ਦਾ ਯੋਗਦਾਨ ਇਸ ਤਰ੍ਹਾਂ ਸੀਗਾ ਕਿ ਉਹ ਪੂਰੇ ਭਾਰਤ ਦੇ ਵਿੱਚ ਇੱਕ ਤੇ ਇਸ ਫੇਵਰ ਦੇ ਵਿੱਚ ਅਸਹਿਯੋਗ ਅੰਦੋਲਨ, ਕਿਉਂਕਿ ਇੱਕ ਜਨ ਅੰਦੋਲਨ ਜਿਹੜਾ ਸੀਗਾ ਉਹਦੇ ਵਿੱਚ ਉਹਨਾਂ ਨੇ ਕਿ ਪੂਰੇ ਭਾਰਤ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਔਰ ਮਹਾਤਮਾ ਗਾਂਧੀ ਜੀ ਦੇ ਉਹ ਮਤਲਬ ਸੱਜੀ ਬਾਂਹ ਵਾਂਗ ਉਹ ਉੱਤਰੀ ਭਾਰਤ ਦੇ ਵਿੱਚ ਜਾਂ ਫਿਰ ਖਾਸ ਕਰਕੇ ਪੰਜਾਬ ਦੇ ਵਿੱਚ ਉਹ ਸਕਸੈਸਫੁਲ ਬਣਾਉਣ ਦੇ ਵਿੱਚ ਉਹ ਯੋਗਦਾਨ ਪਾਉਂਦੇ ਆ ਲਾਲਾ ਜੀ। ਔਰ ਅੰਗਰੇਜ਼ੀ ਸਰਕਾਰ ਨੂੰ ਇਸ ਟਾਈਮ ਤੇ ਗੋਡਿਆਂ ਤੇ ਲਿਆਉਣ ਵਿੱਚ ਲਾਲਾ ਲਾਜਪਤ ਰਾਏ ਦਾ ਬੜਾ ਰੋਲ ਸੀਗਾ ਔਰ ਲਾਲਾ ਜੀ ਜਿਹੜੇ ਸੀਗੇ ਉਹ ਅੰਗਰੇਜ਼ੀ ਸਰਕਾਰ ਵਾਸਤੇ ਪੂਰੇ ਆਪਣੇ 63 ਸਾਲ ਦੇ ਜੀਵਨ ਦੇ ਵਿੱਚੋਂ ਦੇਖਿਆ ਜਾਵੇ 45 ਸਾਲ ਉਹਨਾਂ ਨੇ ਅੰਗਰੇਜ਼ੀ ਸਰਕਾਰ ਨੂੰ ਮਤਲਬ ਇੰਨਾ ਡਰ ਦੇ ਵਿੱਚ ਰੱਖਿਆ ਕਿ ਹਰ ਵੇਲੇ ਉਹਨਾਂ ਦੀ ਸਰਵੇਲੈਂਸ ਕੀਤੀ ਜਾਂਦੀ ਸੀ, ਚਾਹੇ ਉਹ ਵਿਦੇਸ਼ ਵਿੱਚ ਹੁੰਦੇ ਸੀਗੇ, ਚਾਹੇ ਭਾਰਤ ਦੇ ਕਿਸੇ ਵੀ ਕੋਨੇ 'ਚ ਹੁੰਦੇ ਜਾਂ ਪੰਜਾਬ 'ਚ ਆਪਣੇ ਘਰ ਹੀ ਹੁੰਦੇ ਸੀ, ਉਹਨਾਂ ਦੀ 24 ਘੰਟੇ ਹੀ ਸਰਵੇਲੈਂਸ ਕੀਤੀ ਜਾਂਦੀ ਸੀਗੀ ਕਿ ਉਹਨਾਂ ਤੇ ਨਿਗਰਾਨੀ ਰੱਖੀ ਜਾਂਦੀ ਸੀਗੀ। ਹਾਲਾਂਕਿ ਉਹਨਾਂ ਦੇ ਜਿਹੜੇ ਢੰਗ ਤਰੀਕੇ ਸੀਗੇ ਸਾਰੇ ਲੜਾਈ ਲੜਨ ਦੇ, ਉਹ ਆਪ ਵਕੀਲ ਸੀਗੇ, ਉਹ ਸੰਵਿਧਾਨਿਕ ਸੀਗੇ, ਕਦੀ ਉਹਨਾਂ ਨੇ ਸੰਵਿਧਾਨਿਕ ਤਰੀਕਿਆਂ ਨੂੰ ਨਹੀਂ ਛੱਡਿਆ, ਬਟ ਬਾਵਜੂਦ ਇਸ ਦੇ ਅੰਗਰੇਜ਼ਾਂ ਨੂੰ ਇੰਨਾ ਖਤਰਾ ਸੀਗਾ। ਇਹ ਸਾਨੂੰ ਪਤਾ ਲੱਗਦਾ ਜਦੋਂ 1907 ਦੇ ਜਿਹੜੇ ਕਿਸਾਨੀ ਅੰਦੋਲਨ ਦੇ ਵਿੱਚ ਜਦੋਂ ਉਹ ਆਪਣੀ ਗੱਲ ਕਰਦੇ ਆ, ਜਦੋਂ ਭਾਸ਼ਣ ਦਿੰਦੇ ਜਾ ਕੇ, ਤੇ ਉਹਦੇ ਵਿੱਚ ਉਹਨਾਂ ਨੂੰ ਜਦੋਂ ਬ੍ਰਿਟਿਸ਼ ਅਥਾਰਟੀ ਇੱਥੋਂ ਚੁੱਕ ਕੇ ਤੇ ਬਰਮਾ ਜੇਲ੍ਹ ਦੇ ਵਿੱਚ ਭੇਜ ਦਿੰਦੀ ਆ ਔਰ ਪੂਰੇ ਭਾਰਤ ਦੇ ਵਿੱਚ ਜਿਹੜੀਆਂ ਅਖਬਾਰਾਂ ਆ, ਭਾਵੇਂ ਸਾਊਥ ਦੀ ਗੱਲ ਕਰ ਲਈ, ਈਸਟ ਵੈਸਟ ਸਾਰੇ ਪਾਸੇ ਹੀ ਅਖਬਾਰਾਂ ਲਾਲਾ ਲਾਜਪਤ ਰਾਏ ਜੀ ਦੀ ਜੈ ਜੈਕਾਰ ਕਰਦੀਆਂ ਔਰ ਅੰਗਰੇਜ਼ੀ ਸਰਕਾਰ ਨੂੰ ਇਹ ਡਰ ਸੀਗਾ ਕਿ ਲਾਲਾ ਜੀ ਦੇ ਇੱਥੇ ਹੋਣ ਦਾ ਬੜਾ ਵੱਡਾ ਖਤਰਾ ਹੋ ਸਕਦਾ ਇਹ ਬ੍ਰਿਟਿਸ਼ ਹਕੂਮਤ ਨੂੰ। ਤੇ ਸਰਦਾਰ ਅਜੀਤ ਸਿੰਘ ਜਿਹੜੇ ਭਗਤ ਸਿੰਘ ਦੇ ਚਾਚਾ ਜੀ, ਉਹਨਾਂ ਨੂੰ ਤੇ ਲਾਲਾ ਲਾਜਪਤ ਰਾਏ ਨੂੰ ਜਿਹੜੇ ਪੰਜਾਬ ਦੇ ਵਿੱਚ ਰਿੰਗ ਲੀਡਰ ਇਹਨਾਂ ਨੂੰ ਕਹਿ ਕੇ ਔਰ ਬਿਨਾਂ ਵਜ੍ਹਾ ਔਰ ਇੱਕ ਕਾਨੂੰਨ ਜਿਹੜਾ ਸੀਗਾ ਕਾਲਾ ਕਾਨੂੰਨ ਪੁਰਾਣਾ ਜਿਹੜਾ ਸੀਗਾ ਉਹਨੂੰ ਲਾਗੂ ਕਰਕੇ ਤੇ ਉਹਨਾਂ ਨੂੰ ਭੇਜਿਆ ਗਿਆ ਬਾਹਰ। ਔਰ ਰਾਜਕੁਮਾਰ ਜੀ ਜਦੋਂ ਅਸੀਂ ਗੱਲ ਕਰਦੇ ਨਾ ਕਿ ਭਾਰਤੀਆਂ ਉੱਤੇ ਉਸ ਸਮੇਂ ਬਹੁਤ ਤਸੀਹੇ ਦਿੱਤੇ ਗਏ ਔਰ ਲਾਲਾ ਜੀ ਤੇ ਬਾਕੀ ਹੋਰ ਜਿਹੜੇ ਸਾਡੇ ਦੇਸ਼ ਨੂੰ ਪਿਆਰ ਕਰਨ ਵਾਲੇ ਸੰਗਰਾਮੀ ਸੀ, ਉਹਨਾਂ ਨੇ ਸਾਈਮਨ ਕਮਿਸ਼ਨ ਨੂੰ ਕਿਹਾ ਕਿ ਵਾਪਸ ਜਾਓ। ਸਾਈਮਨ ਕਮਿਸ਼ਨ ਕਦੋਂ ਆਇਆ, ਕੀ ਰੋਲ ਰਿਹਾ ਲਾਲਾ ਜੀ ਦਾ, ਕੀ ਯੋਗਦਾਨ ਸੀ, ਤੇ ਅੰਤਲੇ ਸਮੇਂ ਬਾਰੇ ਅਸੀਂ ਜ਼ਰੂਰ ਜਾਣਨਾ ਚਾਹਾਂਗੇ ਲਾਲਾ ਜੀ ਬਾਰੇ। ਹਾਂਜੀ, ਦੇਖੋ ਸਾਈਮਨ ਕਮਿਸ਼ਨ ਜਿਹੜਾ ਇਹ 1927 ਦੇ ਵਿੱਚ ਜਿਹੜਾ ਅਨਾਉਂਸ ਕਰ ਦਿੱਤਾ ਸੀ ਬ੍ਰਿਟਿਸ਼ ਸਰਕਾਰ ਨੇ ਕਿ ਅਸੀਂ ਭੇਜਣਾ। ਇਹ ਕਮਿਸ਼ਨ ਕਿਉਂ ਆਉਂਦੇ ਸੀ ਕਿ ਹਰ 10 ਸਾਲ ਬਾਅਦ ਜਿਹੜੇ ਸੰਵਿਧਾਨਿਕ ਸੁਧਾਰਾਂ ਦੀ ਗੱਲ ਕਰਦੇ ਸੀ ਅੰਗਰੇਜ਼ ਕਿ ਅਸੀਂ, ਕਿਉਂਕਿ ਅਸੀਂ ਬਾਰ-ਬਾਰ ਡਿਮਾਂਡਸ ਕਰਦੇ ਸੀਗੇ ਕਿ ਸਾਨੂੰ ਇਹ ਚੀਜ਼ਾਂ ਚਾਹੀਦੀਆਂ, ਇਹ ਅਧਿਕਾਰ ਚਾਹੀਦੇ ਆ, ਉਹ ਸਾਨੂੰ ਸ਼ਾਂਤ ਕਰਨ ਵਾਸਤੇ ਜਾਂ ਉਲਝਾਉਣ ਵਾਸਤੇ ਕੁਝ ਨਾ ਕੁਝ ਉਹ ਨਵਾਂ ਦੇਣ ਦੀ ਸਾਨੂੰ ਗੱਲ ਕਰਦੇ ਸੀ, ਪਰ ਸਾਨੂੰ ਮਿਲਦਾ ਨਹੀਂ ਸੀਗਾ। ਪਰ ਹੁਣ ਜਿੱਦਾਂ ਫਰੀडम ਮੂਵਮੈਂਟ ਅੱਗੇ ਵਧ ਰਹੀ ਸੀ ਤੇ ਆਸ ਵੀ ਵਧ ਰਹੀ ਸੀ ਕਿ ਸਾਨੂੰ ਕੁਝ ਮਿਲੇਗਾ। ਔਰ 1927 ਦੇ ਵਿੱਚ ਜਦੋਂ ਇਹ ਸੰਵਿਧਾਨਿਕ ਸੁਧਾਰਾਂ ਦੀ ਗੱਲ ਹੋਣੀ ਸੀਗੀ ਤੇ ਅੰਗਰੇਜ਼ਾਂ ਨੇ ਇੱਕ ਕਮਿਸ਼ਨ ਭਾਰਤ ਭੇਜਿਆ ਔਰ ਉਸ ਕਮਿਸ਼ਨ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਅਚੰਭਿਤ ਕਰਨ ਵਾਲੀ ਗੱਲ ਇਹ ਸੀਗੀ ਕਿ ਭਾਰਤੀਆਂ ਦਾ ਇੰਨਾ ਯੋਗਦਾਨ ਜਾਂ ਇੰਨਾ ਪ੍ਰੈਸ਼ਰ ਹੋਣ ਦੇ ਬਾਵਜੂਦ ਵੀ ਅੰਗਰੇਜ਼ ਜਿਹੜਾ ਸੀ ਇਹ ਕਮਿਸ਼ਨ ਭੇਜਿਆ, ਉਹਦੇ ਵਿੱਚ ਸਾਰੇ ਹੀ ਮੈਂਬਰ ਜਿਹੜੇ ਅੰਗਰੇਜ਼ ਸਨ। ਕਮਿਸ਼ਨ ਦੇ ਭਾਰਤੀਆਂ ਨੂੰ ਉਹਦੇ ਵਿੱਚ ਇਨਕਲੂਡ ਹੀ ਨਹੀਂ ਕੀਤਾ ਗਿਆ, ਜ਼ਰੂਰੀ ਨਹੀਂ ਸਮਝਿਆ ਗਿਆ। ਇਹ ਬੜੀ ਵੱਡੀ ਇੱਕ ਇਨਸਲਟ ਸੀਗੀ ਭਾਰਤ ਵਾਸਤੇ। ਔਰ ਮੈਂ ਦੱਸਣਾ ਚਾਹਾਂਗਾ ਕਿ ਇਹ ਜਿਹੜਾ ਬਾਈਕਾਟ ਕਰਨ ਦਾ ਇਸ ਕਮਿਸ਼ਨ ਦਾ ਆਈਡੀਆ ਵੀ, ਵਿਚਾਰ ਵੀ ਜਿਹੜਾ ਸੀਗਾ ਉਹ ਲਾਲਾ ਲਾਜਪਤ ਰਾਏ ਦਾ ਸੀਗਾ, ਜਿਹੜਾ ਉਹਨਾਂ ਨੇ ਕਾਂਗਰਸ ਦੀ ਸੈਂਟਰਲ ਲੀਡਰਸ਼ਿਪ ਨੂੰ ਦਿੱਤਾ ਸੀ। ਔਰ ਇਹਦਾ ਬਹੁਤ ਵੱਡਾ ਹੁੰਗਾਰਾ ਜਿਹੜਾ ਪੂਰੇ ਭਾਰਤ ਦੇ ਵਿੱਚ ਮਿਲਿਆ ਕਿ ਹਾਂ ਸਾਨੂੰ ਇਸ ਕਮਿਸ਼ਨ ਦਾ ਬਾਈਕਾਟ ਕਰਨਾ ਚਾਹੀਦਾ। ਔਰ ਉਹਨਾਂ ਨੇ ਇਸ ਕਮਿਸ਼ਨ ਦਾ ਬਾਈਕਾਟ ਕਰਨ ਵਾਸਤੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਵਿੱਚ ਵੀ ਇਹ ਡਿਸਾਈਡ ਕੀਤਾ ਗਿਆ, ਬਾਕੀ ਪੋਲੀਟੀਕਲ ਪਾਰਟੀਆਂ ਵੀ ਬੁਲਾਈਆਂ ਗਈਆਂ ਔਰ ਇੱਕਾ ਦੁੱਕਾ ਪਾਰਟੀਆਂ ਨੂੰ ਛੱਡ ਕੇ ਸਾਰਿਆਂ ਨੇ ਹੀ ਇਸ ਚੀਜ਼ ਦਾ ਜਿਹੜਾ ਧਿਆਨ ਰੱਖਿਆ ਔਰ ਬਾਈਕਾਟ ਕੀਤਾ। ਔਰ ਇਸ ਬਾਈਕਾਟ ਦੇ ਦੌਰਾਨ ਹੀ ਲਾਲਾ ਜੀ ਜਿਹੜੇ ਬੜੇ ਐਕਟਿਵ ਤਰੀਕੇ ਨਾਲ ਉਹ ਅੰਗਰੇਜ਼ਾਂ ਦੀ ਜਿਹੜੀ ਸੱਤਾ ਨੂੰ ਚੈਲੰਜ ਕਰਨਾ ਚਾਹੁੰਦੇ ਸੀ। ਉਹ ਕਹਿ ਰਹੇ ਸੀਗੇ ਕਿ ਅਸੀਂ
ਇਸ ਕਮਿਸ਼ਨ ਨੂੰ ਨਹੀਂ ਆਉਣ ਦੇਵਾਂਗੇ, ਇਸ ਤਰ੍ਹਾਂ ਸਾਨੂੰ ਚੀਜ਼ਾਂ ਮਨਜ਼ੂਰ ਨਹੀਂ ਹੈ। ਔਰ ਉਹ ਕਹਿੰਦੇ ਜੇ ਸਰਕਾਰ ਸਾਡੇ ਨਾਲ ਇਦਾਂ ਕਰੇਗੀ ਅਸੀਂ ਆਪਣਾ ਸੰਵਿਧਾਨ ਬਣਾ ਲਾਂਗੇ। ਜੀ। ਔਰ ਨਾਲ ਦੇ ਨਾਲ ਉਹ ਆਪਣੇ ਸੰਵਿਧਾਨ ਦੀ ਗੱਲ ਕਰ ਰਹੇ ਹੈ ਔਰ ਨਹਿਰੂ ਕਮੇਟੀ ਜਿਹੜੀ ਹੈ ਉਹ ਸੰਵਿਧਾਨ ਬਣਾਉਣ ਵਾਸਤੇ ਉਹਨਾਂ ਨੂੰ ਇਨਸਟਰਕਸ਼ਨ ਜਾਂਦੀ ਹੈ ਔਰ ਸਲਾਹ ਕੀਤੀ ਜਾਂਦੀ ਹੈ। ਔਰ ਦੂਸਰੇ ਪਾਸੇ ਸਾਈਮਨ ਕਮਿਸ਼ਨ ਦਾ ਜਿਹੜਾ ਵਿਰੋਧ ਹੈ ਉਹ ਕਰਦੇ ਹੈ। ਔਰ ਲਾਹੌਰ ਦੇ ਵਿੱਚ ਉਹ ਜਦੋਂ ਜਦੋਂ ਸਾਈਮਨ ਕਮਿਸ਼ਨ ਉੱਥੇ ਆਂਦਾ, ਅਸੀਂ ਬੜੀ ਵਾਰੀ ਸੁਣਿਆ ਮੂਵੀਜ਼ ਦੇ ਵਿੱਚ ਵੀ, ਸਾਈਮਨ ਗੋ ਬੈਕ, ਸਾਈਮਨ ਗੋ ਬੈਕ, ਉਹ ਇਹ ਕਮਿਸ਼ਨ ਹੈ। ਔਰ ਉਹਦਾ ਵਿਰੋਧ ਕਰਦੇ ਆ, ਜਿਹੜਾ ਬੜਾ ਸ਼ਾਂਤਮਈ ਤਰੀਕੇ ਨਾਲ ਵਿਰੋਧ ਚੱਲ ਰਿਹਾ ਸੀਗਾ। ਲਾਲਾ ਜੀ ਤੇ ਲਾਠੀਆਂ ਦੇ ਅਟੈਕ ਜਾਣਬੁੱਝ ਕੇ ਕੀਤੇ ਗਏ ਕਿਉਂਕਿ ਉਹ ਸ਼ਹੀਦੀ ਜਿਹੜੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਪਰ ਲਾਲਾ ਜੀ ਬੜੇ ਠੰਡੇ ਸੁਭਾਅ ਨਾਲ ਉਹਨਾਂ ਨੇ ਉਦੋਂ 17 ਦਿਨ ਬਾਅਦ ਚਾਹੇ ਉਹਨਾਂ ਦੀ ਡੈਥ ਹੁੰਦੀ ਹੈ ਇਸ ਐਪੀਸੋਡ ਤੋਂ, ਪਰ ਦਿਮਾਗੀ ਤੌਰ ਤੇ ਸੱਟਾਂ ਤੇ ਉਹਨਾਂ ਦੇ ਸਰੀਰ ਤੇ ਕਾਫੀ ਲੱਗੀਆਂ ਸੀਗੀਆਂ। ਬਟ ਮੈਨੂੰ ਲੱਗਦਾ ਕਿ ਉਹਨਾਂ ਦਾ ਜਿਹੜਾ ਸਾਈਕੋਲੋਜੀਕਲ ਜਿਹੜਾ ਉਹਨਾਂ ਦਾ ਟਰਾਮਾ ਸੀਗਾ ਉਹਨੂੰ ਬੀਅਰ ਨਹੀਂ ਕਰ ਪਾਏ ਤੇ 17 ਨਵੰਬਰ ਨੂੰ ਉਹਨਾਂ ਦੀ ਸ਼ਹਾਦਤ ਹੋ ਗਈ ਹੈ ਜੀ। ਔਰ ਜਦੋਂ ਅਸੀਂ ਲਾਲਾ ਲਾਜਪਤ ਰਾਏ ਜੀ ਦੀ ਪੂਰੀ ਜੀਵਨੀ ਬਾਰੇ ਗੱਲ ਕਰਦੇ ਹਾਂ, ਬਹੁਤ ਸਾਰੀਆਂ ਸਿੱਖਿਆਵਾਂ ਸਾਨੂੰ ਮਿਲਦੀਆਂ ਨੇ। ਤੁਸੀਂ ਉਹਨਾਂ ਦੀ ਜੀਵਨੀ ਬਾਰੇ ਗੱਲਬਾਤ ਕੀਤੀ, ਉਹਨਾਂ ਦੀ ਸਿੱਖਿਆਵਾਂ ਬਾਰੇ ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਦਰਸ਼ਕਾਂ ਦਾ ਵੀ ਧੰਨਵਾਦ। ਥੈਂਕ ਯੂ। ਵਸਦਾ ਰਹੇ ਮੇਰਾ ਸੋਹਣਾ ਹਿੰਦੁਸਤਾਨ, ਸਭ ਤੋਂ ਸੋਹਣੀ, ਸਭ ਤੋਂ ਵੱਖਰੀ